ਕ੍ਰਿਸ਼ਨ ਪ੍ਰਤਾਪ ਦਾ ਲਿਖਿਆ ਨੋਵਲ ਕ੍ਰਿਸ਼ਨ ਪ੍ਰਤਾਪ ਹਾਜ਼ਰ ਹੋ ਦਾ 14ਵਾਂ ਅੰਗ। ਅਦਾਲਤ ਵਿੱਚ ਜਵਾਬ ਦਾਵਾ ਪੇਸ਼ ਕਰਨ ਤੋਂ ਬਾਅਦ ਅਗਲੀ ਤਾਰੀਖ ਆ ਗਈ ਸੀ। ਮੈਂ ਮਿੱਥੇ ਸਮੇਂ ਉੱਤੇ ਅਦਾਲਤ 'ਚ ਪੁੱਜ ਗਿਆ ਸੀ ਤੇ ਨੋਟਿਸ ਬੋਰਡ ਤੋਂ ਆਪਣੇ ਮੁਕੱਦਮੇ ਦਾ ਨੰਬਰ ਭਾਲਿਆ। ਇਹ 47ਵਾਂ ਨੰਬਰ ਸੀ। ਮੈਂ ਚੈਂਬਰ 'ਚ ਜਾ ਕੇ ਵਕੀਲ ਨੂੰ ਦੁਆ ਸਲਾਮ ਕੀਤੀ। ਚੈਂਬਰ 'ਚ ਪੁੱਜਣ ਵਾਲਾ ਮੈਂ ਹੀ ਸਭ ਤੋਂ ਪਹਿਲਾ ਸ਼ਖਸ ਸਾਂ। ਜਦ ਵਕੀਲ ਨੂੰ ਆਪਣਾ ਨੰਬਰ ਦੱਸਿਆ ਤਾਂ ਉਹਦੇ ਅੰਦਾਜ਼ੇ ਮੁਤਾਬਕ ਸਾਡੀ ਵਾਰੀ ਦੁਪਹਿਰੋਂ ਬਾਅਦ ਆਉਣੀ ਸੀ। ਉਹਨੇ ਮੈਨੂੰ ਉਹਨਾਂ ਚਿਰ ਹੋਰ ਕੋਈ ਕੰਮ ਧੰਦਾ ਕਰ ਲੈਣ ਲਈ ਆਖਿਆ, ਪਰ ਮੈਂ ਤਾਂ ਸਿਰਫ ਤਾਰੀਖ ਤੇ ਆਉਣ ਲਈ ਛੁੱਟੀ ਲਈ ਸੀ ਤੇ ਘੇਸਲ ਜੀ ਮਾਰ ਕੇ ਉੱਥੇ ਬੈਠਾ ਰਿਹਾ। 10-15 ਮਿੰਟਾਂ 'ਚ ਚੈਂਬਰ 'ਚ ਚਹਿਲ ਪਹਿਲ ਹੋ ਗਈ ਸੀ। ਵਕੀਲ ਦਾ ਮੁਨਸ਼ੀ ਆਪਣੀ ਅਗਲੇਰੀ ਪੜ੍ਹਾਈ ਦੇ ਪਰਚੇ ਦੇਣ ਵਾਸਤੇ ਕੁਝ ਦਿਨਾਂ ਦੀ ਛੁੱਟੀ ਤੇ ਗਿਆ ਹੋਇਆ ਸੀ ਤੇ ਮੈਂ ਵਕੀਲ ਦੇ ਨਾਲ ਕਾਗਜ਼ਾਂ ਪੱਤਰਾਂ ਦੇ ਮਾੜੇ ਮੋਟੇ ਕੰਮ ਕਰਵਾਉਣੇ ਸ਼ੁਰੂ ਕਰ ਦਿੱਤੇ। ਵਕੀਲ ਜਦ ਵੀ ਕਿਸੇ ਕੇਸ ਦੀ ਤਰੀਕ ਭੁਗਤਣ ਲਈ ਜਾਂਦਾ ਤਾਂ ਮੈਂ ਮੇਜ਼ ਉੱਤੇ ਉਸ ਦਿਨ ਦੀਆਂ ਕੱਢੀਆਂ ਹੋਈਆਂ ਮਿਸਲਾਂ ਫਰੋਲ ਕੇ ਆਦਤਨ ਲਿਫਾਫੇ ਵਿਚਲੇ ਕਾਗਜ਼ਾਂ ਨੂੰ ਪਹਿਲਾਂ ਠੀਕ ਕਰਦਾ, ਫਿਰ ਉਸ ਕੇਸ ਨੂੰ ਮੋਟਾ-ਮੋਟਾ ਪੜ੍ਹ ਕੇ ਸਮਝਣ ਦਾ ਯਤਨ ਕਰਨ ਲੱਗ ਜਾਂਦਾ ਤੇ ਲਿਫਾਫੇ ਦੇ ਮੁੱਢਲੇ ਪੰਨੇ ਉੱਤੇ ਲਿਖੀਆਂ ਤਰੀਕਾਂ ਨੂੰ ਧਿਆਨ ਨਾਲ ਪੜ੍ਹਦਾ ਕਿ ਇਸ ਕੇਸ ਨੂੰ ਚੱਲਦਿਆਂ ਕਿੰਨੀ ਕੁ ਦੇਰ ਹੋ ਗਈ। ਜਿੰਨੀਆਂ ਵੀ ਮਿਸਲਾਂ ਮੈਂ ਵਾਚੀਆਂ ਉਹ ਕਈ ਸਾਲ ਪੁਰਾਣੀਆਂ ਸੀ। ਕਈਆਂ ਦੀ ਤਾਂ ਵਾਰੀ ਉਸ ਦਿਨ 6-7 ਮਹੀਨਿਆਂ ਤੋਂ ਬਾਅਦ ਆਈ ਸੀ। ਲੰਮੀਆਂ ਤਰੀਕਾਂ ਤੇ ਸਾਲਾਂ ਦੀ ਗਿਣਤੀ ਨੇ ਮੈਨੂੰ ਨਿਰਾਸ਼ ਕਰ ਦਿੱਤਾ। ਮੇਰੇ ਵਾਲਾ ਲਿਫਾਫਾ ਕੁਝ ਦਿਨ ਪਹਿਲਾਂ ਹੀ ਇਹਨਾਂ ਵਿੱਚ ਨਵਾਂ ਸ਼ਾਮਲ ਹੋਇਆ ਹੋਣ ਕਾਰਨ ਅਜੇ ਸਾਹੇ ਬੱਧੇ ਨੀਂਗਰ ਵਾਂਗ ਚਮਕਾ ਮਾਰ ਰਿਹਾ ਸੀ। ਮੇਰੇ ਮਨ 'ਚ ਆਉਣ ਲੱਗਾ ਕਿ ਨਵਾਂ ਲਿਫਾਫਾ ਕਈ ਸਾਲ ਲੱਗ ਕੇ ਪੁਰਾਣਾ ਜਿਹਾ ਲੱਗਣ ਲੱਗੇਗਾ ਤੇ ਫਿਰ ਕਿਤੇ ਜਾ ਕੇ ਮੇਰਾ ਛੁਟਕਾਰਾ ਹੋਏਗਾ। ਇਹ ਵੀ ਨਹੀਂ ਪਤਾ ਕਿ ਫੈਸਲਾ ਮੇਰੇ ਹੱਕ 'ਚ ਹੋਏਗਾ ਕਿ ਮੇਰੇ ਖਿਲਾਫ। ਸਿਰਫ ਇੱਕ ਦਿਨ 'ਚ ਹੀ ਮੈਂ ਇੰਨੇ ਜ਼ਿਆਦਾ ਕੇਸ ਵੇਖ ਲਏ ਕਿ ਮੇਰਾ ਮਨ ਕਚਹਿਰੀ ਦੀ ਕਾਰਜ ਪ੍ਰਣਾਲੀ ਤੋਂ ਦੁਖੀ ਹੋ ਗਿਆ। ਕਦੇ ਮੈਂ ਆਪਣੀ ਫਾਈਲ ਨੂੰ ਫਰੋਲ ਕੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਤੇ ਕਦੇ ਆਪਣੇ ਦਿੱਤੇ ਜਵਾਬ ਨੂੰ ਪੜ੍ਹਨ ਲੱਗ ਪੈਂਦਾ ਸੀ। ਕਦੇ ਮੈਨੂੰ ਆਪਣਾ ਦਿੱਤਾ ਜਵਾਬ ਬੜਾ ਹੀ ਮਜ਼ਬੂਤ ਤੇ ਸੱਚਾ ਲੱਗਣ ਲੱਗ ਪੈਂਦਾ ਸੀ ਤੇ ਕਈ ਵਾਰ ਲੱਗਦਾ ਕਿ ਅਗਲੇ ਵਕੀਲ ਨੇ ਪਤਾ ਨਹੀਂ ਕੀ ਸੱਪ ਕੱਢ ਮਾਰਨਾ, ਉਹਦੀ ਕੁੰਡੀ ਕਿੰਨੀ ਮਜ਼ਬੂਤ ਹੋਏਗੀ। ਫਿਰ ਸੋਚਦਾ ਕਿ ਕੋਈ ਨਹੀਂ, ਆਪਣੇ ਵਾਲਾ ਵਕੀਲ ਕਿਹੜਾ ਘੱਟ ਆ, ਇਹ ਵੀ ਜਵਾਬ ਤਾਂ ਠੋਕਵਾਂ ਹੀ ਦੇਏਗਾ, ਇਹ ਵੀ ਕੋਈ ਨਾ ਕੋਈ ਸੱਪ ਤਾਂ ਕੱਢੇਗਾ ਹੀ, ਇੰਜ ਥੋੜਾ ਚੁੱਪ ਹੀ ਬੈਠਾ ਰਹੇਗਾ। ਫਿਰ ਇਹ ਸੋਚ ਕੇ ਆਪਣੇ ਆਪ ਹੀ ਹੱਸ ਪਿਆ ਕਿ ਇੰਜ ਸੱਪ ਕੱਢਦੇ ਵਕੀਲ ਬੰਦੇ ਦੀ ਤਾਂ ਬੱਸ ਕਰਵਾ ਦਿੰਦੇ ਹੋਣਗੇ। 1:45 ਵਜੇ ਵਕੀਲ ਚੈਂਬਰ 'ਚ ਆ ਗਿਆ ਤੇ ਕੁਰਸੀ ਉੱਤੇ ਆ ਨਿਢਾਲ ਜਿਹਾ ਹੋ ਕੇ ਬੈਠ ਗਿਆ। ਮੈਨੂੰ ਆਖਣ ਲੱਗਾ, ਵੇਖ ਲਓ ਮਾਸਟਰ ਜੀ, ਸਾਡਾ ਵਕੀਲਾਂ ਦਾ ਹਾਲ। ਤੁਹਾਨੂੰ ਮੌਜ ਆ, ਜਾ ਕੇ ਕੁਰਸੀ ਤੇ ਬੈਠ ਜਾਂਦੇ ਹੋ ਤੇ ਆ ਜਾਂਦੇ ਹੋ, ਪੜ੍ਹਾਉਣਾ ਜਾਂ ਨਾ ਪੜ੍ਹਾਉਣਾ ਤੁਹਾਡੀ ਮਰਜ਼ੀ। ਵਕੀਲ ਦੀ ਹਾਲਤ ਵੇਖ ਕੇ ਇੱਕ ਵਾਰ ਤਾਂ ਮੈਨੂੰ ਲੱਗਾ ਕਿ ਵਾਕਈ ਵਕੀਲ ਦੀ ਗੱਲ ਠੀਕ ਹੈ ਕਿ ਸਾਨੂੰ ਇੰਨੀ ਭੱਜ ਨੱਠ ਨਹੀਂ ਕਰਨੀ ਪੈਂਦੀ, ਪਰ ਫਿਰ ਇੱਕ ਪਲ 'ਚ ਹੀ ਮੈਨੂੰ ਅਧਿਆਪਕਾਂ ਦੀ ਹੁੰਦੀ ਦੁਰਗਤੀ ਯਾਦ ਆ ਗਈ। ਤੁਰੰਤ ਬੋਲ ਪਿਆ, ਗੱਲ ਤਾਂ ਤੁਹਾਡੀ ਠੀਕ ਹੈ ਸ਼ਰਮਾ ਜੀ, ਪਰ ਤੁਹਾਨੂੰ ਹੋਰ ਤਰ੍ਹਾਂ ਦੀ ਫਿਕਰ ਹੈ, ਸਾਨੂੰ ਹੋਰ ਤਰ੍ਹਾਂ ਦੇ। ਤੁਸੀਂ ਤਾਂ ਕੇਸ ਲੜਨਾ ਹੁੰਦਾ, ਤੁਹਾਡੇ ਦਿਮਾਗ 'ਚ ਹੁੰਦੀ ਹੈ ਕਿ ਲਾਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਏ, ਪਰ ਸਾਡੇ ਮਹਿਕਮੇ 'ਚ ਹਰ ਬੰਦੇ ਨੂੰ ਪੂਰੀ ਸੇਵਾ ਭਾਵਨਾ ਨਾਲ ਕੰਮ ਕਰਨਾ ਪੈਂਦਾ ਤੇ ਜਿਹੜੀ ਖੱਜਲ ਖੁਆਰੀ, ਬੇਲੋੜੀ ਰੋਜ਼ਮਰਾ ਦੀ ਡਾਕ ਤੇ ਜਿਹੜੇ ਹੋਰ ਫਜ਼ੂਲ ਜਿਹੇ ਕਾਗਜ਼ੀ ਕੰਮ ਸਾਡੇ ਤੇ ਲਏ ਜਾਂਦੇ ਆ, ਉਹਨਾਂ ਤੋਂ ਜੀ ਉਕਤਾ ਆ ਜਾਂਦਾ। ਨਹੀਂ ਤਾਂ ਸਾਡੇ ਮਹਿਕਮੇ ਵਰਗਾ ਕੋਈ ਮਹਿਕਮਾ ਹੈ ਹੀ ਨਹੀਂ। ਮੇਰੇ ਬੋਲਦਿਆਂ ਮਿੰਨਾ ਜਿਹਾ ਮੁਸਕਰਾਉਂਦਾ ਰਿਹਾ ਸੀ। ਪਰ ਯਾਰ, ਤੁਸੀਂ ਪੜ੍ਹਾਉਂਦੇ ਕਿਉਂ ਨਹੀਂ ਜਵਾਕਾਂ ਨੂੰ? ਜੇ ਲੋਕ ਪੜ੍ਹ ਜਾਣ ਤਾਂ ਅਦਾਲਤਾਂ ਦਾ ਕੰਮ ਅੱਧਾ ਰਹਿ ਜਾਏ ਤੇ ਲੋਕ ਵੀ ਸੌਖੇ ਹੋ ਜਾਣ ਪੂਰਾ। ਵਕੀਲ ਨੇ ਮੈਨੂੰ ਟੌਂਚ ਲੈ ਕੇ ਆਖਿਆ, ਅਸੀਂ ਜ਼ਿਆਦਾ ਪੜ੍ਹਾਈ ਜਾਂਦੇ ਹਾਂ ਤਾਂ ਹੀ ਮੁਕੱਦਮੇ ਵਧੀ ਜਾਂਦੇ ਨੇ। ਆ ਮੇਰੇ ਵਾਲਾ ਮੁਕੱਦਮਾ ਪੜ੍ਹੇ ਲਿਖੇ ਬੰਦਿਆਂ ਦੇ ਮਨ ਦੀ ਕਾਰਸਤਾਨੀ ਹੈ। ਅਜੇ ਵੀ ਇਸ ਰੌਲੇ 'ਚ ਅਨਪੜ੍ਹ ਤੋਂ ਅਨਪੜ੍ਹ ਬੰਦਾ ਵੀ ਮੇਰੇ ਪੱਖ ਦੀ ਹਾਮੀ ਭਰ ਰਿਹਾ। ਇਹ ਤਾਂ ਪੜ੍ਹੀ ਲਿਖੀ ਪੁਲਿਸ ਨੂੰ ਹੀ ਪਤਾ ਨਹੀਂ ਕੀ ਗੋਲੀ ਪੈ ਗਈ ਹੈ, ਜਿਹਨੂੰ ਸੱਚਾਈ ਮੂਲੋਂ ਹੀ ਦਿਸਣੋਂ ਹਟ ਗਈ ਹੈ। ਮੈਂ ਬੜਾ ਗੁੱਸੇ ਨਾਲ ਬੋਲਿਆ, ਜੇ ਤੁਸੀਂ ਸ਼ੁਰੂ 'ਚ ਹੀ ਬੱਚੇ ਨੂੰ ਸੰਭਾਲ ਲਓ ਤਾਂ ਬੱਚਾ ਜ਼ਿੰਦਗੀ ਭਰ ਲਈ ਚੰਗੇ ਕੰਮ ਹੀ ਕਰੇਗਾ। ਗਲਤੀ ਕਿਤੇ ਨਾ ਕਿਤੇ ਤੁਹਾਡੀ ਵੀ ਹੈ, ਵਕੀਲ ਨੇ ਮੈਨੂੰ ਦਲੀਲ ਦਿੰਦੇ ਆਖਿਆ। SP ਆ ਨਾ ਆਪਣਾ, ਇਹ ਵੇਖਣ ਤੋਂ ਹੀ ਕਿਸੇ ਵੱਡੇ ਘਰ ਦਾ ਲੱਗਦਾ ਤੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਘਰਦਿਆਂ ਨੇ ਇਹਦੇ ਪਾਲਣ ਪੋਸ਼ਣ ਜਾਂ ਪੜ੍ਹਾਈ 'ਚ ਕੋਈ ਘਾਟ ਛੱਡੀ ਹੋਏਗੀ ਕਿ ਦੁਨੀਆ ਦਾ ਮਹਾਨ ਬੰਦਾ ਨਾ ਬਣੇ। ਇਹਨੂੰ ਹਰ ਚੰਗੇ ਬੰਦੇ ਦਾ ਜੀਵਨ ਰਟਿਆ ਪਿਆ ਹੋਏਗਾ, ਪਰ ਇਹ ਕੰਜਰ ਮਹਿਕਮੇ ਹੀ ਅਜਿਹੇ ਵਿੱਚ ਆ ਗਿਆ ਕਿ ਜਿੱਥੇ ਲੋਕਾਂ ਨੂੰ ਦੁੱਖ ਦੇ ਕੇ ਖੁਸ਼ੀ ਮਿਲਦੀ ਹੈ। ਮੈਂ ਇਹਨੂੰ ਨਿਰੋਲ ਤੇ ਪੱਕੀ ਉਦਾਹਰਨ ਦਿੰਦੇ ਆਖਿਆ, ਹਾਂ ਯਾਰ, ਇਹ ਗੱਲ ਤਾਂ ਤੇਰੀ ਸਹੀ ਹੈ। ਜਿੰਨੀ ਜ਼ਿਆਦਾ ਸਿੱਖਿਆ ਦਾ ਪ੍ਰਸਾਰ ਹੋ ਰਿਹਾ ਹੈ ਉਨੇ ਕੇਸ ਵਧੀ ਜਾ ਰਹੇ ਹੈ। ਨਹੀਂ ਤਾਂ ਤੇਰੇ ਵਾਲਾ ਮਸਲਾ 2 ਮਿੰਟ 'ਚ ਹੀ ਹੱਲ ਹੋਣ ਵਾਲਾ ਸੀ। ਪਰ ਜੇ ਮੁਕੱਦਮੇ ਅਦਾਲਤਾਂ 'ਚ ਨਾ ਆਉਣ ਤਾਂ ਸਾਡੀ ਰੋਟੀ ਦਾ ਜੁਗਾੜ ਕਿਵੇਂ ਹੋਊ? ਉਹ ਮਾੜਾ ਜਿਹਾ ਮੁਸਕਰਾ ਕੇ ਬੋਲਿਆ। ਇੰਜ ਲੱਗ ਰਿਹਾ ਸੀ ਜਿਵੇਂ ਉਹਨੇ ਆਪਣੇ ਕਿੱਤੇ ਤੇ ਵਿਅੰਗ ਕੀਤਾ ਹੋਵੇ। ਮੇਰੀ ਗੱਲ ਵੀ ਸਹੀ ਹੈ ਕਿ ਨਹੀਂ? ਮੈਂ ਕਿਹਾ,
ਯਾਰ ਸਿੱਖਿਆ ਤਾਂ ਆ ਗਈ, ਪਰ ਆਪਣੇ ਲੋਕਾਂ 'ਚ ਨੈਤਿਕਤਾ ਨਹੀਂ ਆਈ, ਨਾ ਹੀ ਸਮਝ ਆਈ ਹੈ, ਨਾ ਹੀ ਅਜੇ ਕੋਈ ਉਮੀਦ ਲੱਗਦੀ ਹੈ। ਉਹ ਮੇਰੀ ਗੱਲ ਨਾਲ ਸਹਿਮਤ ਹੋ ਗਿਆ ਲੱਗਦਾ ਸੀ। ਫਿਰ ਦਰਾਜ ਫਰੋਲਦਾ ਹੋਇਆ ਬੋਲਿਆ, ਰੋਟੀ ਖਾਏਂਗਾ? ਨਹੀਂ, ਮੈਨੂੰ ਅਜੇ ਭੁੱਖ ਨਹੀਂ, ਮੈਂ ਪੇਸ਼ੀ ਤੋਂ ਬਾਅਦ ਹੀ ਕੁਝ ਖਾਵਾਂਗਾ, ਮੈਂ ਉਹਨੂੰ ਠਰਮੇ ਨਾਲ ਉੱਤਰ ਦਿੱਤਾ। ਜਦ ਉਹਨੇ ਆਪਣੇ ਦਰਾਜ 'ਚੋਂ ਪੌਣੇ 'ਚ ਵੱਜੀਆਂ 2 ਰੋਟੀਆਂ ਤੇ ਅਚਾਰ ਕੱਢਿਆ ਤਾਂ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ। ਇੱਕ ਵਕੀਲ ਹੋ ਕੇ ਅਚਾਰ ਨਾਲ ਰੋਟੀ! ਮੇਰੇ ਲਈ ਇਹ ਨਜ਼ਾਰਾ ਵੇਖਣਾ ਜਾਣੋ 8ਵਾਂ ਅਜੂਬਾ ਵੇਖਣ ਵਾਲੀ ਗੱਲ ਸੀ। ਉਹਨੇ ਮੇਜ਼ ਦੇ ਉੱਤੇ ਪੌਣਾ ਧਰ ਕੇ ਦੋਵੇਂ ਰੋਟੀਆਂ ਆਪਣੇ ਖੱਬੇ ਹੱਥ ਤੇ ਟਿਕਾ ਲਈਆਂ ਤੇ ਸੱਜੇ ਹੱਥ ਨਾਲ ਬੁਰਕੀ ਤੋੜ ਕੇ ਅਚਾਰ ਤੇ ਘਸਾ ਕੇ ਮੂੰਹ 'ਚ ਪਾਉਣੀ ਸ਼ੁਰੂ ਕਰਤੀ। ਉਹ ਬੁਰਕੀ ਨੂੰ ਹੌਲੀ-ਹੌਲੀ ਚਬਾ ਰਿਹਾ ਸੀ, ਪਰ ਮੇਰਾ ਮਨ ਹਨੇਰੇ 'ਚ ਭਟਕਣ ਲੱਗ ਪਿਆ ਸੀ। ਵਕੀਲਾਂ ਦੀ ਇੰਨੀ ਮਾੜੀ ਹਾਲਤ, ਵੱਡੀਆਂ ਗੱਡੀਆਂ, ਮਹਿੰਗੇ ਸ਼ੌਕ, ਮਹਿੰਗੇ ਮੋਬਾਈਲ ਆਦਿ ਬਾਰੇ ਤੇ ਸਾਹਮਣੇ ਬੈਠੇ ਵਕੀਲ ਦੀ ਅਸਲੀਅਤ ਬਾਰੇ ਸੋਚ ਕੇ ਮੈਨੂੰ ਆਪਣਾ ਮਹਿਕਮਾ ਚੰਗਾ ਲੱਗਣ ਲੱਗ ਪਿਆ ਸੀ। ਮੈਂ ਸੋਚੀ ਪੈ ਗਿਆ ਕਿ ਮਾਸਟਰ ਲੱਗ ਕੇ ਕਿਸੇ ਵੀ ਬੰਦੇ ਦੀ ਪਿੱਠ ਬਿਰਲੇ ਟਾਟੇ ਨਾਲ ਤਾਂ ਬੇਸ਼ੱਕ ਨਹੀਂ ਲੱਗ ਜਾਂਦੀ, ਪਰ ਉਹ ਰੋਟੀ ਦਾ ਚੱਜ ਦੀ ਖਾਣ ਲੱਗ ਹੀ ਪੈਂਦਾ ਹੈ। ਇੱਥੇ ਸ਼ਹਿਰ ਦਾ ਇੱਕ ਨਾਮੀ ਵਕੀਲ ਅੰਬ ਦੇ ਅਚਾਰ ਤੇ ਰੋਟੀ ਘਸਾ ਕੇ ਖਾ ਰਿਹਾ। ਮੈਂ ਬਾਹਰ ਵੱਲ ਝਾਕਣ ਦਾ ਨਾਟਕ ਕਰ ਰਿਹਾ ਸੀ, ਪਰ ਮੇਰਾ ਸਾਰਾ ਧਿਆਨ ਉਸ ਵੱਲ ਸੀ। ਪਾਣੀ ਦੀ ਬੋਤਲ 'ਚੋਂ ਸਿਰਫ ਇੱਕ ਘੁੱਟ ਭਰ ਕੇ ਅੰਦਰ ਲੰਘਾ ਉਹਨੇ ਮੈਨੂੰ ਬੜੀ ਸਕੂਨ ਨਾਲ ਆਖਿਆ, ਹਾਂ ਹੁਣ ਗੱਲ ਕਰ ਯਾਰ, ਟਿਕਾ ਕੇ ਪੇਟ ਪੂਜਾ ਕਰ ਲਈ ਹੈ। ਜਿਵੇਂ ਕਹਿੰਦੇ ਹੁੰਦੇ ਨੇ, ਪੇਟ ਪਈਆਂ ਰੋਟੀਆਂ ਸਭੇ ਗੱਲਾਂ ਖੋਟੀਆਂ, ਸਭੇ ਗੱਲਾਂ ਮੋਟੀਆਂ। ਇਹ ਕਹਿੰਦੇ ਉਹਨੇ ਆਪਣੇ ਢਿੱਡ ਤੇ ਪੋਲਾ ਜਿਹਾ ਹੱਥ ਫੇਰਿਆ। ਉਹਦੇ ਬੋਲਾਂ ਤੇ ਉਹਦੀ ਸਰੀਰਕ ਭਾਸ਼ਾ ਤੋਂ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਹ ਬਿਲਕੁਲ ਟੈਕਰੇ 'ਚ ਹੋ ਚੁੱਕਾ ਹੈ ਤੇ ਮੇਰੇ ਨਾਲ ਗੱਲਬਾਤ ਕਰਨ ਦੇ ਰੌਂ 'ਚ ਆ ਗਿਆ। ਅੰਦਰੋਂ ਤਾਂ ਮੈਂ ਕਾਮਰੇਡਾਂ ਦੇ ਵਕੀਲ ਤੋਂ ਡਰ ਚੁੱਕਾ ਸੀ ਕਿ ਹੋਰ ਕਿਸੇ ਵੀ ਬਹਿਸ 'ਚ ਨਹੀਂ ਪੈਣਾ ਚਾਹੁੰਦਾ ਸੀ, ਪਰ ਉੱਪਰਲੇ ਮਨੋਂ ਹੀ ਆਖਿਆ, ਅੱਧੀ ਛੁੱਟੀ ਸਾਡੇ ਸਕੂਲ ਆ ਜਾਇਆ ਕਰੋ, ਅਸੀਂ ਤੁਹਾਨੂੰ ਮਿਡ ਡੇ ਮੀਲ ਖਵਾ ਦਿਆ ਕਰਾਂਗੇ, ਉਹ ਵੀ ਗਰੀਬ ਜਵਾਕਾਂ ਲਈ ਬਣਦਾ। ਜੇ ਇੱਕ ਗਰੀਬ ਵਕੀਲ ਖਾ ਜਾਏਗਾ ਤਾਂ ਉੱਥੇ ਕੀ ਲੋੜਾ ਪੈ ਜਾਣਾ। ਆ ਤਾਂ ਮੈਂ ਜਾਇਆ ਕਰਾਂਗਾ, ਪਰ ਇੱਕ ਬੰਦੇ ਨੂੰ ਮਿਡ ਡੇ ਮੀਲ 'ਚ ਵੱਧ ਵਾੜਨ ਦਾ ਮਤਲਬ ਹੈ ਤੁਸੀਂ ਹਰ ਬੱਚੇ ਦੀ ਥਾਲੀ 'ਚੋਂ ਕੁਝ ਨਾ ਕੁਝ ਹਿੱਸਾ ਚੁੱਕ ਕੇ ਮੈਨੂੰ ਪਰੋਸੋਗੇ, ਪਰ ਮੈਂ ਤਾਂ ਕਿਸੇ ਦਾ ਹੱਕ ਨਾ ਮਾਰਨ ਦੀ ਸਹੁੰ ਖਾਧੀ ਹੋਈ ਹੈ। ਇਸ ਲਈ ਮੈਂ ਗਰੀਬ ਬੱਚਿਆਂ ਦੇ ਹਿੱਸੇ ਦੀ ਰੋਟੀ ਨਹੀਂ ਖਾ ਸਕਦਾ। ਉਹਨਾਂ ਦਾ ਕੁਝ ਹਿੱਸਾ ਖਾਣਾ ਤਾਂ ਮੇਰੇ ਲਈ ਗਾਂ ਜਾਂ ਸੂਰ ਖਾਣ ਦੇ ਬਰਾਬਰ ਹੀ ਹੋਏਗਾ। ਇਸ ਲਈ ਮੈਂ ਤੁਹਾਡੇ ਸਕੂਲ ਕੇਵਲ ਮਿਡ ਡੇ ਮੀਲ ਖਾਣ ਲਈ ਨਹੀਂ ਆ ਸਕਦਾ। ਉਹਨੇ ਆਪਣੀ ਕਾਨੂੰਨੀ ਤੇ ਅਸੂਲੀ ਭਾਸ਼ਾ 'ਚ ਮੈਨੂੰ ਉੱਤਰ ਦਿੱਤਾ। ਤੁਸੀਂ ਆਪਣੇ ਘਰ ਮਿਣ ਕੇ ਰੋਟੀਆਂ ਪਕਾਉਂਦੇ ਹੋ ਕਿ ਗਿਣ ਕੇ? ਮੈਂ ਸਿੱਧਾ ਸਵਾਲ ਕੀਤਾ। ਨਾ ਕਦੇ ਕੁਝ ਮਿਣਿਆ, ਨਾ ਕੁਝ ਗਿਣਿਆ, ਵਕੀਲ ਨੇ ਆਖਿਆ। ਵੈਰੀ ਗੁੱਡ। ਜਦ ਸਾਡੇ ਦੇਸ਼ ਤੇ ਸਮਾਜ 'ਚ ਗਿਣ ਮਿਣ ਕੇ ਆਟਾ ਗੁੰਨਣ ਤੇ ਦਾਲ ਸਬਜ਼ੀ ਪਕਾਉਣ ਦਾ ਰਿਵਾਜ ਹੀ ਨਹੀਂ, ਫਿਰ ਸਾਡੇ ਮਹਿਕਮੇ ਨੂੰ ਕਿਉਂ ਇੰਨੀਆਂ ਗਿਣਤੀਆਂ ਮਿਣਤੀਆਂ 'ਚ ਉਲਝਾਇਆ ਜਾ ਰਿਹਾ? ਜਦ ਚੁੱਲ੍ਹੇ ਪੱਕਦੀ ਰੋਟੀ ਤੇ 2-4 ਪ੍ਰਾਹੁਣੇ ਆ ਜਾਣ ਤਾਂ ਸਾਡੇ ਸਮਾਜ 'ਚ ਕੋਈ ਮੱਥੇ ਵੱਟ ਨਹੀਂ ਪਾਉਂਦਾ। ਫਿਰ ਸਰਕਾਰੀ ਤੌਰ ਤੇ ਕਿਸੇ ਇੱਕ ਵੀ ਮਹਿਮਾਨ ਦੀਆਂ ਬੁਰਕੀਆਂ ਗਿਣਨ ਲਈ ਮਾਸਟਰ ਹੀ ਕਿਉਂ ਲਗਾਏ ਜਾਂਦੇ ਹੈ? ਜਦ ਸਰਕਾਰ ਨੇ ਆਖ ਹੀ ਦਿੱਤਾ ਕਿ ਭੁੱਖੇ ਬੱਚਿਆਂ ਨੂੰ ਰਜਾਉਣਾ ਹੈ, ਫਿਰ ਅੰਨ ਦੇ ਦਿਓ ਤੇ ਉਹਦਾ ਗ੍ਰਾਮਾਂ ਗਰੂਮਾਂ 'ਚ ਹਿਸਾਬ ਮੰਗਣ ਦੀ ਕੀ ਤੁੱਕ ਹੋਈ? ਚਲੋ ਬੱਚਿਆਂ ਦੇ ਹਿਸਾਬ ਨਾਲ ਮਹੀਨੇ ਦਾ ਮੰਗ ਲੈਣੇ ਕੀ ਹੋਇਆ? ਹਰ ਦਿਨ ਬੁਰਕੀਆਂ ਦਾ ਹੀ ਹਿਸਾਬ ਦੇਈ ਜਾਓ। ਦੱਸੋ, ਆਪਣੇ ਘਰਾਂ 'ਚ ਆਪਾਂ ਤੋਲ ਕੇ ਆਟਾ ਗੁੰਨਦੇ ਹਾਂ? ਮੈਂ ਭਾਵੁਕ ਹੋਇਆ ਵਕੀਲ ਨੂੰ ਇਸ ਤਰ੍ਹਾਂ ਦੇ ਕਈ ਸਵਾਲ ਕਰ ਗਿਆ ਜਿਵੇਂ ਉਹ ਉਹੀ ਤੋਲਾ ਕਣਕ ਚੌਲਾਂ ਦਾ ਹਿਸਾਬ ਮੰਗ ਰਿਹਾ ਹੋਵੇ। ਗੱਲ ਤਾਂ ਤੇਰੀ 16 ਆਨੇ ਸੱਚੀ ਹੈ, ਪਰ ਜਿਸ ਦਿਨ ਕਾਨੂੰਨੀ ਚੱਕਰ 'ਚ ਫਸ ਗਿਆ ਨਾ ਪੁੱਤ, ਤੂੰ ਤਾਂ ਆਪ ਹੀ ਮੰਨੇਗਾ ਕਿ 2 ਗ੍ਰਾਮ ਮੈਂ ਉਸ ਬੰਦੇ ਨੂੰ ਖਵਾਏ ਸੀ, 3 ਗ੍ਰਾਮ ਮੈਂ ਆਪ ਵੀ ਖਾਧੇ ਸੀ। ਆਖਦਾ ਹੋਇਆ ਵਕੀਲ ਇਸ ਤਰ੍ਹਾਂ ਤਾੜੀ ਮਾਰ ਕੇ ਹੱਸਣ ਲੱਗ ਪਿਆ ਜਿਵੇਂ ਉਹਨੇ ਕਿਸੇ ਚੋਰ ਨੂੰ ਰੰਗੇ ਹੱਥੀ ਪਾੜ 'ਚੋਂ ਫੜ ਲਿਆ ਹੋਵੇ। ਉਹਦੇ ਇੱਕਦਮ ਨਕਲੀ ਹਾਸੇ ਤੋਂ ਮੈਂ ਡਰ ਗਿਆ। ਮੈਨੂੰ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ ਯਾਦ ਆਉਣ ਲੱਗ ਪਿਆ ਜਿਹੜਾ ਆਪਣੀ ਕਾਰ 'ਚ ਇੱਕ ਫਰਸ਼ੀ ਕੰਡਾ ਰੱਖਦਾ ਹੁੰਦਾ ਸੀ ਤੇ ਕਿਸੇ ਨਾ ਕਿਸੇ ਸਕੂਲ ਤੇ ਛਾਪਾ ਮਾਰ ਕੇ ਆਪਣੇ ਹੱਥੀ ਦੁਪਹਿਰ ਦੇ ਖਾਣੇ ਦਾ ਰਾਸ਼ਨ ਤੋਲਦਾ ਹੁੰਦਾ ਸੀ। ਥੋੜਾ ਬਹੁਤ ਰਾਸ਼ਨ ਵੀ ਘੱਟ ਵੱਧ ਨਿਕਲਣ ਤੇ ਮਿਡ ਡੇ ਮੀਲ ਇੰਚਾਰਜ ਤੇ ਸਕੂਲ ਮੁਖੀ ਨੂੰ ਉੱਥੇ ਬੈਠਾ ਹੀ ਮੁਅੱਤਲ ਕਰ ਦਿੰਦਾ ਸੀ। ਪਰ ਸਾਡੇ ਦੇਸ਼ ਦੀ ਬਦਕਿਸਮਤੀ ਵੇਖੋ ਕਿ ਉਹਦੇ ਕਾਰਜਕਾਲ ਦੌਰਾਨ ਇੱਕ ਆਦਰਸ਼ ਸਕੂਲ ਦਾ ਮਾਲਕ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਆਪਣੇ ਨਿੱਜੀ ਕਾਲਜ ਦੇ ਹੋਸਟਲ 'ਚ ਰਹਿੰਦੇ ਵਿਦਿਆਰਥੀਆਂ ਨੂੰ ਪਹੁੰਚਾਉਂਦਾ ਫੜਿਆ ਗਿਆ। ਪਰ ਇੱਕ ਮੰਤਰੀ ਦੇ ਇੱਕੋ ਫੋਨ ਨਾਲ ਹੀ ਇਸ ਅਧਿਕਾਰੀ ਨੇ ਕਈ ਮਣਾਂ ਦੇ ਫਰਕ ਵਾਲੇ ਉਸ ਬੰਦੇ ਨੂੰ ਆਪਣੀ ਰਿਪੋਰਟ 'ਚ ਨਿਰਦੋਸ਼ ਸਾਬਤ ਕਰ ਦਿੱਤਾ। ਇਸ ਬਾਰੇ ਸੋਚਦੇ ਹੀ ਮੇਰੇ ਮੂੰਹ ਅਚਾਨਕ ਨਿਕਲ ਗਿਆ, ਤੁਸੀਂ ਇੱਥੇ ਹੀ ਖਾਈ ਚੱਲੋ ਜਨਾਬ, ਅੰਬ ਦੇ ਅਚਾਰ ਨਾਲ ਰੋਟੀਆਂ, ਐਵੇਂ ਸਾਨੂੰ ਕੋਈ ਵਕਤ ਨਾ ਪਾ ਦਿਆ ਜੇ। ਅਸੀਂ ਨਹੀਂ ਗਰੀਬ ਬੱਚਿਆਂ ਦੇ ਰਾਸ਼ਨ 'ਚ ਕੋਈ ਹੇਰਾ ਫੇਰੀ ਕਰਦੇ, ਜਿੰਨਾ ਸਰਕਾਰ ਦੇਈ ਜਾਂਦੀ ਹੈ ਉਹਨਾਂ ਵਰਤਾਈ ਜਾਂਦੇ ਆ, ਅੱਲਾ ਅੱਲਾ ਤੇ ਖੈਰ ਸੱਲਾ। ਮੇਰਾ ਜਵਾਬ ਸੁਣ ਕੇ ਉੱਚੀ ਉੱਚੀ ਹੱਸਣ ਲੱਗ ਪਿਆ। ਆਖਣ ਲੱਗਾ, ਕਿਉਂ ਵਕੀਲ ਨੂੰ ਸਰਕਾਰੀ ਰੋਟੀ ਖਵਾ ਕੇ ਜਾਤੀ ਕੰਮ ਲੈਣ ਨੂੰ ਫਿਰਦਾ ਸੀ? ਉਹ ਵਿਅੰਗ ਕਰਦਾ ਬੋਲਿਆ। ਅਣਜਾਣੇ 'ਚ ਹੀ ਮੈਂ ਕਾਨੂੰਨ ਦੀ ਇਸ ਘੁੰਡੀ ਨੂੰ ਤੇ ਪੇਚੀਦਗੀ ਨੂੰ ਸਮਝ ਚੁੱਕਾ ਸੀ।
ਮੈਨੂੰ ਵਕੀਲ ਦੀ ਪਹਿਲੀ ਤਾਰੀਖ ਵਾਲੀ ਗੱਲ ਵੀ ਸਮਝ ਆ ਚੁੱਕੀ ਸੀ ਕਿ ਅਦਾਲਤ ਵਿੱਚ ਕੇਸ ਨਾਲ ਸੰਬੰਧਿਤ ਗੱਲ ਹੀ ਕੀਤੀ ਜਾ ਸਕਦੀ ਹੈ ਤੇ ਇੱਥੇ ਸਮਾਜ ਵਿੱਚ ਹੋਣ ਜਾਂ ਵਾਪਰਨ ਵਾਲੀ ਸਧਾਰਨ ਜੀ ਘਟਨਾ ਖਾਸ ਸਮਝੀ ਜਾਂਦੀ ਹੈ ਤੇ ਸਮਾਜ ਲਈ ਖਾਸ ਘਟਨਾ ਇੱਥੇ ਆਮ ਬਣ ਕੇ ਰਹਿ ਜਾਂਦੀ ਹੈ। ਤੁਹਾਡੀ ਵਕੀਲਾਂ ਵਾਲੀ ਘੁੰਡੀ 'ਚ ਤਾਂ ਮੈਂ ਆਪਣੇ ਆਪ ਹੀ ਫਸ ਗਿਆ ਜੀ। ਚਲੋ ਫੇਰ ਵੀ ਆ ਜਾਇਓ ਕਿਸੇ ਦਿਨ, ਅਸੀਂ ਆਪਣੇ ਸਟਾਫ ਦੁਆਰਾ ਲਿਆਂਦੇ ਗਏ ਖਾਣੇ 'ਚੋਂ ਹੀ ਤੁਹਾਨੂੰ ਖਵਾ ਦੇਵਾਂਗੇ, ਪਰ ਅੰਬ ਦੇ ਅਚਾਰ ਨਾਲ ਨਹੀਂ ਖਵਾਉਂਦੇ। ਮੈਂ ਹੱਸਦੇ ਹੋਏ ਨੇ ਕਿਹਾ, ਪੁੱਤ ਤੂੰ ਮੇਰੇ ਬੱਚਿਆਂ ਵਰਗਾ, ਤੇਰਾ ਯੋਧਾ ਚਾਚਾ ਲਾਲਿੰਦਰ ਲਾਲੀ ਮੇਰਾ ਪੱਕਾ ਆੜੀ ਸੀ, ਇਸੇ ਕਰਕੇ ਆਖ ਰਿਹਾ ਇਹ ਅਦਾਲਤਾਂ ਨੇ, ਤੂੰ ਕਾਨੂੰਨੀ ਪੇਚੀਦਗੀਆਂ ਨੂੰ ਨਹੀਂ ਸਮਝ ਸਕਦਾ। ਇੱਥੇ ਤਾਂ ਜੇ ਘੋੜੇ ਕੋਲ ਵੀ ਸਬੂਤ ਨਹੀਂ ਕਿ ਉਹ ਘੋੜਾ ਹੈ ਤੇ ਵਿਰੋਧੀ ਕੋਲ ਸਿਰਫ ਇੱਕ ਅਰਜ਼ੀ ਹੈ ਕਿ ਇਹ ਘੋੜਾ ਨਹੀਂ ਹੈ, ਸਗੋਂ ਇੱਕ ਗਧਾ, ਤੇ ਅਦਾਲਤ ਨੇ ਤਾਂ ਉਸ ਘੋੜੇ ਨੂੰ ਅੱਖੀਂ ਵੇਖਦੇ ਹੋਏ ਵੀ ਸਬੂਤਾਂ ਦੀ ਘਾਟ ਕਾਰਨ ਗਧਾ ਹੀ ਐਲਾਨ ਦੇਣਾ ਹੈ। ਤੂੰ ਮੇਰੀ ਰੋਟੀ ਤੇ ਅਚਾਰ ਦਾ ਮਜ਼ਾਕ ਉਡਾਉਂਦਾ ਸੀ ਨਾ, ਜਿੰਨੇ ਚੈਨ ਨਾਲ ਮੈਂ ਰੋਟੀ ਖਾਣਾ ਇੰਨੇ ਚੈਨ ਨਾਲ ਤਾਂ ਮੁੱਖ ਮੰਤਰੀ ਵੀ ਨਹੀਂ ਖਾ ਸਕਦਾ। ਵਕੀਲ ਨੇ ਗੱਲ ਮੇਰੇ ਗਿੱਟਿਆਂ ਤੇ ਦੇ ਮਾਰੀ। ਹਾਸੇ ਠੱਠੇ ਵਾਲੀਆਂ ਗੱਲਾਂ ਕਰਦਿਆਂ ਸਾਨੂੰ ਪਤਾ ਹੀ ਨਾ ਲੱਗਾ ਕਦੋਂ ਪੂਰਾ ਘੰਟਾ ਬੀਤ ਗਿਆ। ਮੇਰਾ ਲਿਫਾਫਾ ਚੁੱਕਦਿਆਂ ਵਕੀਲ ਬੋਲਿਆ, ਚਲਿਏ ਪਤਾ ਕਰੀਏ ਕੀ ਸਥਿਤੀ ਹੈ। ਚਲੋ ਜੀ। ਮੈਂ ਜਲਦੀ ਨਾਲ ਉੱਠ ਖੜਾ ਹੋਇਆ ਤੇ ਅਸੀਂ ਜੱਜ ਦੇ ਕਮਰੇ ਵੱਲ ਨੂੰ ਤੁਰ ਪਏ। ਰਾਹ 'ਚ ਜਾਂਦਿਆਂ ਮੈਂ ਸੋਚ ਰਿਹਾ ਸੀ, ਅੱਜ ਭਾਵੇਂ ਕੁਝ ਵੀ ਹੋ ਜਾਏ ਮੈਂ ਜੱਜ ਨੂੰ ਸਾਰੀ ਸੱਚਾਈ ਬਿਆਨ ਕਰ ਦੇਣੀ ਹੈ। ਮੇਰੇ ਸੱਚ ਬੋਲਣ ਨਾਲ ਘੱਟੋ ਘੱਟ ਜੱਜ ਨੂੰ ਅਸਲੀਅਤ ਤਾਂ ਪਤਾ ਲੱਗ ਜਾਏਗੀ, ਨਾਲੇ ਮੇਰੇ ਬੋਲਣ ਨਾਲ ਜੱਜ ਨੂੰ ਇਹ ਵੀ ਨਹੀਂ ਲੱਗੇਗਾ ਕਿ ਵਕੀਲ ਨੂੰ ਕੁਝ ਨਹੀਂ ਆਉਂਦਾ। ਵਕੀਲ ਕੇਸ ਨਾਲ ਸੰਬੰਧਿਤ ਗੱਲਾਂ ਦੱਸੀ ਜਾਏਗਾ ਤੇ ਮੈਂ ਕੇਸ ਦੀ ਸਾਰੀ ਪਿੱਠ ਭੂਮੀ ਤੇ ਗੁਰਨੇਕ ਦੇ ਨਜਾਇਜ਼ ਕਬਜ਼ੇ ਬਾਰੇ ਜਾਣਕਾਰੀ ਦੇ ਦਾਂਗਾ। ਜੱਜ ਮੈਨੂੰ ਵੱਧ ਤੋਂ ਵੱਧ ਇਹੀ ਆਖ ਦੇਗੀ ਕਿ ਗੱਲ ਕੇਸ ਨਾਲ ਸੰਬੰਧਿਤ ਹੀ ਕਰੋ। ਮੈਂ ਅਣਜਾਣ ਜਿਹਾ ਬਣ ਕੇ ਚੁੱਪ ਕਰ ਜਾਂਗਾ। ਅਸੀਂ ਜੱਜ ਦੇ ਕਮਰੇ 'ਚ ਪੁੱਜ ਗਏ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਏ। ਪਹਿਲੇ ਦੋ ਵਕੀਲਾਂ ਦੀ ਬਹਿਸ ਖਤਮ ਹੋ ਗਈ ਤੇ ਜੱਜ ਨੇ ਇਸ਼ਾਰੇ ਨਾਲ ਸਾਨੂੰ ਕੋਲ ਸੱਦ ਲਿਆ ਤੇ ਕੇਸ ਦਾ ਨਾਮ ਪੁੱਛਿਆ। ਗੁਰਨੇਕ ਸਿੰਘ ਬਨਾਮ ਕ੍ਰਿਸ਼ਨ ਪ੍ਰਤਾਪ, ਵਕੀਲ ਨੇ ਆਖਿਆ। ਜੱਜ ਨੇ ਆਪਣੇ ਕੋਲ ਪਈ ਮਿਸਲ ਨੂੰ ਵੇਖਦਿਆਂ ਬਿਨਾਂ ਕੁਝ ਸੁਣੇ ਪੁੱਛੇ ਅਗਲੀ ਤਰੀਕ ਦੇ ਦਿੱਤੀ। ਚਲੋ। ਵਕੀਲ ਪਿੱਛੇ ਨੂੰ ਮੁੜਦਾ ਹੋਇਆ ਮੈਨੂੰ ਸੰਬੋਧਿਤ ਹੋਇਆ ਬੋਲਿਆ। ਮੇਰਾ ਦਿਲ ਹੀ ਟੁੱਟ ਗਿਆ। ਮੈਂ ਬੜੇ ਬੋਝਲ ਜਿਹੇ ਕਦਮਾਂ ਨਾਲ ਕਮਰੇ 'ਚੋਂ ਬਾਹਰ ਆ ਰਿਹਾ ਸੀ। ਸੋਚ ਰਿਹਾ ਸੀ, ਇਹ ਕੀ ਮਤਲਬ ਹੋਇਆ? ਝਟ ਦੇਣੇ ਅਗਲੀ ਤਰੀਕ ਦਾ ਫੈਸਲਾ ਦੇ ਦਿਓ। ਮੇਰੀ ਸਾਰੀ ਦਿਹਾੜੀ ਦੀ ਕੀਤੀ ਉਡੀਕ ਬੇਕਾਰ ਚਲੀ ਗਈ। ਮੈਂ ਇਕੱਲਾ ਜੱਜ ਨੂੰ ਸਾਰੀ ਅਸਲੀਅਤ ਬਿਆਨ ਨਹੀਂ ਕਰ ਸਕਦਾ। ਇਹਨੇ ਆਪਾਂ ਨੂੰ ਤਰੀਕ ਕਿਉਂ ਦੇ ਦਿੱਤੀ? ਘੱਟੋ ਘੱਟ ਕੁਝ ਦੱਸ ਪੁੱਛ ਤਾਂ ਲੈਂਦੀ। ਮੈਂ ਨਿਰਾਸ਼ ਬੋਲੀ। ਵਕੀਲ ਨੂੰ ਆਖਿਆ, ਕਾਨੂੰਨ ਮੁਤਾਬਕ ਉਹਨਾਂ ਨੂੰ 3 ਤਰੀਕਾਂ ਮਿਲ ਸਕਦੀਆਂ ਨੇ। ਸ਼ਾਇਦ ਉਹਨਾਂ ਦਾ ਜਵਾਬ ਤਿਆਰ ਨਹੀਂ ਹੋਣਾ, ਇਸ ਕਰਕੇ ਉਹਨਾਂ ਨੇ ਤਿਆਰੀ ਲਈ ਤਰੀਕ ਲਈ ਹੈ। ਕੁਝ ਦੇਰ ਚੁੱਪ ਕਰਕੇ ਫੇਰ ਆਖਣ ਲੱਗਾ, ਪਤਾ ਤਾਂ ਉਹਨਾਂ ਨੂੰ ਵੀ ਆ ਕਿ ਉਹਨਾਂ ਦੇ ਕੇਸ 'ਚ ਕੁਝ ਨਹੀਂ ਹੈਗਾ, ਇਸ ਲਈ ਵੇਲਾ ਟਪਾਉਣ ਖਾਤਰ ਹੀ ਉਹਨਾਂ ਨੇ ਤਰੀਕ ਮੰਗੀ ਹੈ। ਉਹਨਾਂ ਦਾ ਮਕਸਦ ਤੈਨੂੰ ਖਰਾਬ ਕਰਨਾ ਹੈ। ਉਹ ਇਸ ਤਰ੍ਹਾਂ ਹੀ ਕਰਨਗੇ। ਕਿਸੇ ਨੂੰ ਖਰਾਬ ਕਰਨ ਵਾਲੇ ਕੇਸਾਂ 'ਚ ਵਕੀਲ ਅਕਸਰ ਹੀ ਅਜਿਹਾ ਕਰਦੇ ਹੁੰਦੇ ਆ। ਜਦ ਉਹਨਾਂ ਨੇ ਮੇਰੇ ਤੇ ਕੇਸ ਠੋਕਿਆ ਤਾਂ ਉਹਨਾਂ ਨੇ ਪੂਰੀ ਤਿਆਰੀ ਨਾਲ ਹੀ ਕੀਤਾ ਹੋਏਗਾ। ਫਿਰ ਉਹਨਾਂ ਨੂੰ ਹੋਰ ਸਮਾਂ ਦੇਣ ਦੀ ਕੀ ਤੁਕ? ਮੈਂ ਖੇਦੇ ਹੋਏ ਨੇ ਕਿਹਾ। ਕਾਨੂੰਨ ਸਭ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਾ। ਵਕੀਲ ਹੱਸਦਾ ਆਖਣ ਲੱਗਾ, ਦੁਰ ਫਿੱਟੇ ਮੂੰਹ ਇਹੋ ਜਿਹੇ ਕਾਨੂੰਨ ਦੇ, ਜਿਹੜਾ ਲੋਕਾਂ ਨੂੰ ਖਰਾਬ ਕਰਨ ਲਈ ਹੀ ਬਣਾਇਆ ਗਿਆ। ਮੈਂ ਦੁਖੀ ਹੋਇਆ ਜਾਣੂ ਫੁੱਟ ਪਿਆ। ਅਸੀਂ ਚੈਂਬਰ 'ਚ ਪੁੱਜੇ ਤਾਂ ਸਾਹਮਣੇ ਯਾਦਵਿੰਦਰ ਆਇਆ ਬੈਠਾ ਸੀ। ਮੈਂ ਸਮਝ ਗਿਆ ਕਿ ਉਹਨੂੰ ਵੀ ਚੈਨ ਨਹੀਂ ਆਈ ਹੋਣੀ, ਇਸੇ ਲਈ ਉਹ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਜਾਣ ਦੀ ਬਜਾਏ ਸਿੱਧਾ ਕਚਹਿਰੀ ਆ ਗਿਆ। ਸਾਨੂੰ ਵੇਖ ਕੇ ਖੜਾ ਹੋ ਗਿਆ ਤੇ ਉਹਦੇ ਮੂੰਹ ਸੁਭਾਵਕ ਹੀ ਨਿਕਲਿਆ। ਕੀ ਬਣਿਆ ਫਿਰ? ਬਣਨਾ ਕੀ ਸੀ? ਘੁੱਗੂ। ਗਾਂ ਤਰੀਕ ਪਾਤੀ, ਮੈਂ ਨਿਰਾਸ਼ ਹੁੰਦੇ ਹੋਏ ਨੇ ਆਖਿਆ। ਮੇਰੀ ਗੱਲ ਸੁਣ ਕੇ ਉਹ ਵੀ ਉਦਾਸ ਹੋ ਗਿਆ ਸੀ। ਉਹਨੇ ਮੈਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਮੈਨੂੰ ਸਮਝ ਆ ਗਈ ਸੀ ਇਹ ਸਭ ਕੁਝ ਸਾਨੂੰ ਖਰਾਬ ਕਰਨ ਲਈ ਕੀਤਾ ਜਾ ਰਿਹਾ ਹੈ। ਹੁਣ ਅਸੀਂ ਵੀ ਉਹਨਾਂ ਨੂੰ ਖਰਾਬ ਕਰਨ ਲਈ ਵਕੀਲ ਦੀ ਸਲਾਹ ਲੈਣੀ ਚਾਹੀ। ਸਰ, ਗੁਰਨੇਕ ਆਪ ਤਾਂ ਅੱਧੀ ਗਲੀ ਨੱਪੀ ਬੈਠਾ ਹੈ, ਆਪਾਂ ਨਾ ਉਹਨੂੰ ਖਿੱਚੀਏ ਇਸ ਕੇਸ 'ਚ? ਯਾਦਵਿੰਦਰ ਨੇ ਵਕੀਲ ਨੂੰ ਪੁੱਛਿਆ। ਉਹ ਕਬਜ਼ਾ ਕਰੀ ਬੈਠਾ ਹੈ, ਤੁਸੀਂ ਉਹਦਾ ਕੁਝ ਨਹੀਂ ਵਿਗਾੜ ਸਕਦੇ। ਅਦਾਲਤ ਨੇ ਪਹਿਲੇ ਹੱਲੇ ਉਹਨੂੰ ਸਟੇ ਦੇ ਦੇਣਾ। ਤੁਹਾਡੇ ਗੇੜੇ ਅਲੱਗ ਵੱਜਣ ਲੱਗ ਪੈਣਗੇ, ਵਕੀਲ ਨੇ ਬੇਪਰਵਾਹੀ ਨਾਲ ਉੱਤਰ ਦਿੱਤਾ। ਤੁਸੀਂ ਵਕੀਲ ਸਾਡੇ ਹੋ ਕਿ ਉਹਨਾਂ ਦੇ? ਸਾਡੇ ਪੱਖ ਦੀ ਕੋਈ ਵੀ ਗੱਲ ਘੱਟੇ 'ਚ ਪਾ ਦਿੰਦੇ ਹੋ। ਐਂ ਤਾਂ ਸੱਚ ਦੀ ਕਿਤੇ ਸੁਣਵਾਈ ਨਹੀਂ ਹੋਣੀ। ਮੈਂ ਮੁਸਕਰਾਉਂਦਿਆਂ ਵਕੀਲ ਨੂੰ ਟੌਂਚ ਲਾਈ। ਵਕੀਲ ਤਾਂ ਮੈਂ ਤੁਹਾਡਾ ਹੀ ਹਾਂ। ਮੈਨੂੰ ਪਤਾ ਇੱਥੇ ਤੁਹਾਡਾ ਕੁਝ ਨਹੀਂ ਵਟਿਆ ਜਾਣਾ, ਇਸ ਲਈ ਮੈਂ ਤੁਹਾਨੂੰ ਸਹੀ ਸਲਾਹ ਦੇ ਰਿਹਾ। ਜੇ ਮੈਂ ਤੁਹਾਨੂੰ ਖਰਾਬ ਕਰਨਾ ਹੁੰਦਾ ਤਾਂ ਮੈਂ ਤੁਹਾਨੂੰ ਇਹੋ ਜਿਹੀ ਗਲਤ ਸਲਾਹ ਦੇ ਦੇਣੀ ਸੀ। ਮੈਂ ਤੁਹਾਨੂੰ ਹੋਰ ਖਰਾਬ ਨਹੀਂ ਹੋਣ ਦੇਣਾ ਚਾਹੁੰਦਾ। ਨਹੀਂ, ਮੈਨੂੰ ਕੀ ਹੈ, ਮੈਂ ਤਾਂ ਮੁਕੱਦਮਾ ਕੱਲ੍ਹ ਨੂੰ ਹੀ ਦਾਇਰ ਕਰ ਦੇਣਾ। ਤੁਸੀਂ ਆਖੋ ਤਾਂ ਸਹੀ। ਵਕੀਲ ਨੇ ਵੀ ਮੁਸਕਰਾਉਂਦੇ ਹੋਏ ਗੇਂਦ ਸਾਡੇ ਪਾਲੇ 'ਚ ਸੁੱਟਤੀ। ਅਸੀਂ ਸਮਝ ਗਏ ਕਿ ਵਾਕਈ ਸਹੀ ਗੱਲ ਆਖ ਰਿਹਾ। ਸ਼ਾਇਦ ਇਸ ਤਰ੍ਹਾਂ ਦੇ ਕੇਸ ਦਾ ਸਾਨੂੰ ਕੋਈ ਫਾਇਦਾ ਨਹੀਂ, ਸਗੋਂ ਨੁਕਸਾਨ ਹੀ ਹੋਣਾ ਸੀ। ਕੁਛ ਦੇਰ ਬਾਅਦ ਅਸੀਂ ਵਕੀਲ ਨੂੰ ਫਤਿਹ ਬੁਲਾ ਕੇ ਘਰ ਵੱਲ ਨੂੰ ਤੁਰ ਪਏ। ਇੱਕ ਗੱਲ ਸਾਡੇ ਮਨ ਨੂੰ ਬੜੀ ਖੁੜਕਣ ਲੱਗੀ ਕਿ ਕਾਨੂੰਨ ਕਿਹੋ ਜਿਹਾ ਹੈ। ਇੱਕ ਬੰਦਾ ਤਾਂ ਅੱਧੀ ਗਲੀ ਨੱਪੀ ਬੈਠਾ ਹੈ, ਉਹਦਾ ਇਹ ਵਾਲ ਵੀ ਨਹੀਂ ਵਿੰਗਾ ਕਰ ਸਕਣਾ।
ਸਕਦੇ ਤੇ ਸਾਨੂੰ ਆਪਣੀ ਜਗ੍ਹਾ ਤੇ ਕਬਜ਼ੇ ਲਈ ਵੀ ਅਦਾਲਤ ਵਿੱਚ ਧੱਕੇ ਖਾਣੇ ਪੈ ਰਹੇ ਆ। ਅਸੀਂ ਮੋਟਰਸਾਈਕਲ ਬੜੀ ਧੀਮੀ ਗਤੀ 'ਚ ਚਲਾਉਂਦੇ ਹੋਏ ਸਲਾਹਾਂ ਕਰਦੇ ਘਰ ਨੂੰ ਤੁਰ ਪਏ। ਘਰ ਪੁੱਜਦੇ ਸਾਰ ਸਾਰੇ ਘਰ ਦੇ ਸਾਡੇ ਆਲੇ ਦੁਆਲੇ ਇਕੱਠੇ ਹੋ ਗਏ ਤੇ ਅਦਾਲਤ ਦੀ ਕਹਾਣੀ ਸੰਬੰਧੀ ਸਵਾਲ ਕਰਨ ਲੱਗ ਪਏ। ਅਗਲੀ ਤਰੀਕ 'ਚ ਕੁਝ ਵੀ ਨਾ ਹੋਣ ਬਾਰੇ ਸੁਣ ਕੇ ਸਭ ਉਦਾਸ ਪਰੇਸ਼ਾਨ ਹੋ ਗਏ। ਸਾਰੇ ਜਣੇ ਇੱਕ ਦੂਜੇ ਦੀ ਪਰੇਸ਼ਾਨੀ ਨੂੰ ਸਮਝਦੇ ਸਨ, ਇਸ ਲਈ ਪਹਿਲਾਂ ਤੋਂ ਹੀ ਘਰ ਦੇ ਕੋਨੇ-ਕੋਨੇ 'ਚ ਪਸਰੀ ਉਦਾਸੀ ਦਾ ਮਾਹੌਲ ਹੋਰ ਵੀ ਗੰਭੀਰ ਹੋ ਚੁੱਕਾ ਸੀ। ਸਵੇਰ ਵੇਲੇ ਦੀ ਇੱਕ ਰੋਟੀ ਖਾਧੀ ਹੋਈ ਸੀ। ਹੁਣ 4 ਵੱਜ ਚੁੱਕੇ ਸੀ, ਪਰ ਮੈਨੂੰ ਅਜੇ ਵੀ ਭੁੱਖ ਨਹੀਂ ਸੀ ਲੱਗੀ। ਮਾਂ ਦੁਆਰਾ ਮੱਲੋ-ਮੱਲੀ ਬਣਾ ਕੇ ਦਿੱਤੀ ਚਾਹ ਦੀ ਇੱਕ ਘੁੱਟ ਵੀ ਅੰਦਰ ਲੰਘ ਨਹੀਂ ਸੀ ਰਹੀ। ਸਭ ਦੀ ਉਦਾਸੀ ਨੂੰ ਭਾਂਪਦਿਆਂ ਯਾਦਵਿੰਦਰ ਬੋਲਿਆ, ਚੁੱਕ ਲਿਆ ਲੈਪਟਾਪ, ਮੈਂ ਤੈਨੂੰ ਦਰਖਾਸਤ ਲਿਖਵਾਉਣਾ। ਇਹਦਾ ਕੋਈ ਫਾਇਦਾ ਨਹੀਂ ਹੋਣਾ। ਮੈਂ ਲੈਪਟਾਪ ਆਪਣੇ ਪੱਟਾਂ 'ਚ ਟਿਕਾਉਂਦੇ ਹੋਏ ਅਣਮੰਨੇ ਮਨ ਨਾਲ ਉਹਨੂੰ ਚਾਲੂ ਕਰ ਲਿਆ। ਨਹੀਂ ਹੁੰਦਾ ਨਾ ਹੋਣ ਦੇ, ਉਹ ਆਪਾਂ ਨੂੰ ਖਰਾਬ ਕਰਨ ਦੇ ਤੁਲੇ ਹੋਏ ਆ ਤੇ ਆਪਾਂ ਉਹਨਾਂ ਨੂੰ ਕਰੀ ਜਾਣਾ। ਚੈਨ ਨਾਲ ਤਾਂ ਗੁਰਨੇਕ ਵੀ ਨਹੀਂ ਸੌਏਗਾ, ਦਿਲ ਦਾ ਮਰੀਜ਼ ਆ, ਹੋਰ ਨਹੀਂ ਤਾਂ ਉਹਦੀਆਂ ਦਵਾਈਆਂ ਦੀ ਮਾਤਰਾ ਹੀ ਵਧੂ। ਉਹਨੇ ਇੰਨੇ ਜ਼ਿਆਦਾ ਸਵੈ ਵਿਸ਼ਵਾਸ ਨਾਲ ਆਖਿਆ ਕਿ ਮੈਨੂੰ ਕੁਝ ਹੌਸਲਾ ਮਿਲ ਗਿਆ। ਕਬਰ 'ਚ ਲੱਤਾਂ ਨੇ ਤੇ ਆਪਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰੀ ਜਾਂਦਾ ਕੁੱਤਾ ਬੰਦਾ। ਆਪ ਸਰਕਾਰੀ ਜਗ੍ਹਾ ਨੱਪੀ ਬੈਠਾ ਤੇ ਮੇਰੇ ਪੁੱਤ ਨੂੰ ਦੁਖੀ ਕੀਤਾ ਹੋਇਆ। ਕੋਈ ਨਹੀਂ, ਜਿਸ ਦਿਨ ਮਰਿਆ ਨਾ, ਇਹਦੀ ਲਾਸ਼ ਉੱਤੇ ਮਿੱਟੀ ਰੱਖ ਕੇ ਆਊਂ ਤੇ ਸਭ ਨੂੰ ਆਖੂੰਗੀ ਇਹ ਤੇ ਫੁੱਲ ਨਾ ਸੁੱਟੋ, ਇਹਨੂੰ ਮਿੱਟੀ ਨਾਲ ਮੋਹ ਸੀ, ਇਹਦੇ ਨਾਲ ਮਿੱਟੀ ਭੇਜ ਦਿਓ। ਮੇਰੀ ਮਾਂ ਮੇਰੇ ਮਨ ਨੂੰ ਬੁੱਝਿਆ ਹੋਇਆ ਵੇਖ ਕੇ ਇਹਨੇ ਗੁੱਸੇ 'ਚ ਬੋਲੀ ਕਿ ਜੇ ਗੁਰਨੇਕ ਉਹਦੇ ਸਾਹਮਣੇ ਆ ਜਾਏ ਤਾਂ ਉਹਨੂੰ ਚੀਰ ਕੇ ਰੱਖ ਦੇ। ਉਹ ਕਬਰ 'ਚ ਲੱਤਾਂ ਨਹੀਂ ਪਾਉਂਦਾ, ਵੇਖਿਆ ਨਹੀਂ ਕਿਵੇਂ ਕਲਫ ਲਾ ਕੇ ਖੱਤ ਕਢਵਾ ਕੇ ਰੱਖਦਾ ਕੰਜਰ, ਜਿਵੇਂ ਹੁਣੇ ਜੰਜ ਚੜ੍ਹਨਾ ਹੋਵੇ। ਅਮਿਤਾ ਇਹ ਕਹਿੰਦਿਆਂ ਸਾਡੀ ਗੱਲਬਾਤ 'ਚ ਸ਼ਾਮਲ ਹੋ ਗਈ। ਉਹਦੇ ਬੋਲਾਂ 'ਚੋਂ ਨਫ਼ਰਤ ਝਲਕ ਰਹੀ ਸੀ। ਗੱਲਾਂ ਬੰਦ ਕਰਕੇ ਅਸੀਂ ਨਵੀਂ ਅਰਜ਼ੀ ਲਿਖਣੀ ਸ਼ੁਰੂ ਕਰਤੀ। ਇਸ ਅਰਜ਼ੀ 'ਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਹਿਲਾਂ ਕੀਤੀਆਂ ਬੇਨਤੀਆਂ ਉੱਪਰ ਕੋਈ ਠੋਸ ਕਾਰਵਾਈ ਨਾ ਹੋਣ ਸੰਬੰਧੀ ਯਾਦ ਪੱਤਰ ਤੇ ਗੁਰਨੇਕ ਦੁਆਰਾ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਸੰਬੰਧੀ ਫਿਰ ਤੋਂ ਬੇਨਤੀ ਕੀਤੀ ਗਈ ਸੀ। ਇਹ ਪੱਤਰ ਇੰਨੇ ਵਧੀਆ ਸ਼ਬਦਾਂ 'ਚ ਲਿਖਿਆ ਗਿਆ ਸੀ ਕਿ ਇਹਨੂੰ ਦੁਬਾਰਾ ਪੜ੍ਹਦਿਆਂ ਸਭ ਸੁਣਨ ਵਾਲਿਆਂ ਨੂੰ ਲੱਗਣ ਲੱਗ ਪਿਆ ਕਿ ਇਹ ਪੱਤਰ ਮਿਲਦੇ ਸਾਰੀ ਨਗਰ ਨਿਗਮ ਵਾਲਿਆਂ ਨੇ ਬੁਲਡੋਜ਼ਰ ਲੈ ਆਉਣਾ ਤੇ ਗੁਰਨੇਕ ਦੀ ਹੱਕੀ ਜਗ੍ਹਾ ਛੱਡ ਕੇ ਬਾਕੀ ਦੀ ਢਾਉਣੀ ਸ਼ੁਰੂ ਕਰ ਦੇਣੀ ਹੈ। ਯਾਦਵਿੰਦਰ ਮੈਨੂੰ ਸਮਝਾਉਣ ਲੱਗ ਪਿਆ ਕਿ ਇਹ ਲੜਾਈ ਹੁਣ ਕਾਨੂੰਨੀ ਬਣ ਚੁੱਕੀ ਹੈ, ਇਸ ਲਈ ਵੱਧ ਤੋਂ ਵੱਧ ਅਧਿਕਾਰੀਆਂ ਨੂੰ ਆਪਣੇ ਸ਼ਿਕਾਇਤ ਪੱਤਰ ਭੇਜਦਾ ਰਿਹਾ ਕਰ। ਕੋਈ ਤਾਂ ਇਮਾਨਦਾਰ ਜਾਂ ਜਿਉਂਦੀ ਜ਼ਮੀਰ ਵਾਲਾ ਟੱਕਰੇਗਾ। ਜਿਸ ਦਿਨ ਇਹ ਸਬੱਬ ਬਣ ਗਿਆ ਉਸ ਦਿਨ ਹੀ ਆਪਣੇ ਕੇਸ ਦਾ ਨਿਪਟਾਰਾ ਹੋ ਜਾਣਾ ਹੈ। ਉਸ ਸ਼ਾਮ ਨੂੰ ਹੀ ਮੈਨੂੰ SSP ਦਫ਼ਤਰ ਦੇ ਫੋਨ ਆ ਗਿਆ। ਫੋਨ ਕਰਨ ਵਾਲੇ ਨੇ ਆਪਣੀ ਪਹਿਚਾਣ ਦੱਸੀ ਤੇ ਕੇਸ ਦਾ ਥੋੜ੍ਹਾ ਜਿਹਾ ਵਿਸਥਾਰ ਪੁੱਛਿਆ। ਅਗਲੇ ਦਿਨ ਦਫ਼ਤਰ ਆ ਕੇ ਆਪਣੇ ਸਾਰੇ ਸਬੂਤ ਪੇਸ਼ ਕਰਨ ਤੇ ਗਵਾਹ ਭੁਗਤਾਉਣ ਬਾਰੇ ਆਖਿਆ। ਉਹਨੇ ਨਾਲ ਹੀ ਹਦਾਇਤ ਦੇ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ 'ਚ ਤੁਹਾਡੀ ਸ਼ਿਕਾਇਤ ਰੱਦ ਕਰਕੇ ਇੱਕ ਤਰਫਾ ਕਾਰਵਾਈ ਕਰਤੀ ਜਾਏਗੀ। ਚੱਲ ਮਨਾ, ਭੇਜ ਦੇ ਕੱਲ੍ਹ ਦੀ ਛੁੱਟੀ ਦੀ ਅਰਜ਼ੀ ਤੇ ਹਾਜ਼ਰ ਹੋ ਜਾ ਸਾਹਿਬ ਦੇ ਅੱਗੇ। ਫੋਨ ਬੰਦ ਕਰਦੇ ਹੋਏ ਮੈਂ ਆਪਣੇ ਆਪ ਨਾਲ ਗੱਲ ਕੀਤੀ। ਹੁਣ ਮੈਨੂੰ ਫਿਕਰ ਪੈ ਗਿਆ ਕਿ ਫਿਰ ਕਿਹੜੇ-ਕਿਹੜੇ ਬੰਦਿਆਂ ਨੂੰ ਨਾਲ ਲੈ ਕੇ ਜਾਵਾਂ। ਕਈਆਂ ਨੂੰ ਫੋਨ ਕੀਤੇ, ਗੁਜ਼ਾਰੇ ਜੋਗੇ ਬੰਦੇ ਤਿਆਰ ਹੋ ਗਏ। ਇਹ ਜਾਂਚ ਉਪ ਮੁੱਖ ਮੰਤਰੀ ਨੂੰ ਕੀਤੀ ਗਈ ਸ਼ਿਕਾਇਤ ਵਾਲੀ ਸੀ। ਅਗਲੇ ਦਿਨ ਮੈਂ ਤੇ ਮੇਰੇ ਪਿਤਾ ਜੀ ਨੇ ਠੀਕ 9 ਵਜੇ SSP ਦਫ਼ਤਰ 'ਚ ਜਾ ਡੇਰੇ ਲਾਏ। ਹੌਲੀ-ਹੌਲੀ ਸਾਡੇ ਸਾਥੀ ਆਉਣੇ ਸ਼ੁਰੂ ਹੋ ਗਏ। ਦਫ਼ਤਰ 'ਚ ਅਜੇ ਬਹੁਤੀ ਰੌਣਕ ਨਹੀਂ ਸੀ ਹੋਈ। ਮੈਂ ਦਫ਼ਤਰ ਦੇ ਇੱਕ ਕਰਮਚਾਰੀ ਕੋਲ ਜਾ ਕੇ ਆਪਣੇ ਆਉਣ ਦੀ ਸੂਚਨਾ ਦੇ ਦਿੱਤੀ। ਉਹਨੇ ਬਾਹਰ ਬੈਠ ਕੇ ਉਡੀਕ ਕਰਨ ਲਈ ਆਖ ਦਿੱਤਾ। ਦਫ਼ਤਰ 'ਚ ਲੋਕ ਆ ਰਹੇ ਸਨ, ਮੁੜ ਕੇ ਜਾ ਵੀ ਰਹੇ ਸੀ। 11:30 ਦੇ ਕਰੀਬ ਸਮਾਂ ਹੋ ਚੁੱਕਾ ਸੀ, ਪਰ ਅਜੇ ਤੱਕ ਸਾਹਿਬ ਦੇ ਆਉਣ ਦੀ ਕੋਈ ਬਿੜਕ ਨਹੀਂ ਸੀ। ਹੁਣ ਕੀਤਾ ਵੀ ਕੀ ਜਾ ਸਕਦਾ ਸੀ। 12:15 ਵਜੇ ਸਾਨੂੰ ਦਫ਼ਤਰ ਦੇ ਕਰਮਚਾਰੀਆਂ 'ਚ ਕੁਝ ਹਿਲਜੁਲ ਹੁੰਦੀ ਮਹਿਸੂਸ ਹੋਈ। ਸਭ ਕਾਹਲੇ ਕਦਮੀ ਆਪੋ ਆਪਣੀਆਂ ਸੀਟਾਂ ਵੱਲ ਜਾ ਰਹੇ ਸੀ। ਕਈ ਤੇਜ਼ੀ ਨਾਲ ਤੁਰੇ ਜਾਂਦੇ ਆਪਣੇ ਜਿੰਮੇ ਲੱਗੇ ਕੰਮਾਂ ਬਾਰੇ ਚਰਚਾ ਕਰਦੇ ਜਾ ਰਹੇ ਸੀ। 10 ਕੁ ਮਿੰਟਾਂ ਬਾਅਦ SSP ਤੇ SP ਤੇਜ਼ੀ ਨਾਲ ਆਉਂਦੇ ਵਿਖਾਈ ਦਿੱਤੇ। ਉਹਨਾਂ ਦੇ ਲੰਘਣ ਸਮੇਂ ਉੱਥੇ ਮੌਜੂਦ ਬੈਠੇ ਲੋਕ ਖੜੇ ਹੋ ਗਏ। ਬਾਹਰ ਫਿਰਦੇ ਮੁਲਾਜ਼ਮਾਂ ਨੇ ਸਲੂਟ ਮਾਰਨੇ ਸ਼ੁਰੂ ਕਰਤੇ। ਮੇਰੇ ਨਾਲ ਆਏ ਕਿਸੇ ਵੀ ਵਿਅਕਤੀ ਨੇ ਉੱਠਣ ਦੀ ਖੇਚਲ ਨਹੀਂ ਸੀ ਕੀਤੀ। ਸ਼ਾਇਦ ਸਾਰੇ ਸਮਝਦੇ ਸੀ ਕਿ ਅਜਿਹੇ ਅਧਿਕਾਰੀਆਂ ਦੇ ਆਉਣ ਤੇ ਖੜਾ ਹੋਣਾ ਸਨਮਾਨ ਦਾ ਅਪਮਾਨ ਕਰਨ ਦੇ ਸਮਾਨ ਹੈ। ਸਭ ਤੋਂ ਪਹਿਲਾਂ ਦਫ਼ਤਰ ਦੇ ਕਈ ਕਰਮਚਾਰੀ ਫਾਈਲਾਂ ਦੇ ਢੇਰ ਚੁੱਕ ਕੇ ਅੰਦਰ ਵੜ ਗਏ। ਉਹ ਬਾਹਰ ਨਿਕਲਣ ਦਾ ਨਾਂ ਹੀ ਨਹੀਂ ਸੀ ਲੈ ਰਹੇ। ਸਾਨੂੰ ਤਾਂ SP ਦੇ ਬਾਹਰ ਨਿਕਲ ਕੇ ਆਪਣੇ ਕਮਰੇ 'ਚ ਬੈਠਣ ਦੀ ਉਡੀਕ ਸੀ। ਅੱਧੇ ਕੁ ਘੰਟੇ ਬਾਅਦ ਉਹ ਆਪਣੇ ਕਮਰੇ 'ਚ ਆ ਗਿਆ। ਉਹਨੂੰ ਮਿਲਣ ਵਾਲੇ ਲੋਕ ਅੰਦਰ ਜਾ ਰਹੇ ਸੀ। ਬਾਹਰ ਆਉਂਦੇ ਵਕਤ ਕਈ ਖੁਸ਼, ਕਈ ਉਦਾਸੇ ਜਿਹੇ ਚਿਹਰਿਆਂ ਨਾਲ ਬੁੜਬੁੜ ਕਰਦੇ ਤੁਰੇ ਜਾ ਰਹੇ ਸੀ। ਮੈਂ 2-3 ਵਾਰ ਦਰਵਾਜ਼ੇ ਦੇ ਮੂਹਰੇ ਖੜੇ ਸੰਤਰੀ ਨੂੰ ਆਪਣੀ ਵਾਰੀ ਬਾਰੇ ਪੁੱਛ ਆਇਆ, ਪਰ ਹਰ ਵਾਰ ਜਦੋਂ ਸਾਹਿਬ ਆਖਣਗੇ ਆਵਾਜ਼ ਮਾਰ ਦੇਵਾਂਗਾ ਜੀ ਦਾ ਰਟਿਆ ਰਟਾਇਆ ਜਵਾਬ ਸੁਣ ਕੇ ਮੈਂ ਫੇਰ ਆਪਣੀ ਸੀਟ ਤੇ ਆ ਕੇ ਬੈਠ ਜਾਂਦਾ। 3:30 ਵਜੇ SP ਆਪਣੇ ਕਮਰੇ ਤੋਂ ਬਾਹਰ ਆਇਆ ਤੇ ਇੱਕਦਮ ਪੌੜੀਆਂ ਉਤਰ ਗਿਆ। ਉਹਦੇ ਗਨਮੈਨ ਰਸਤੇ 'ਚੋਂ ਲੋਕਾਂ ਨੂੰ ਪਰੇ ਕਰਦੇ ਤੇਜ਼ੀ ਨਾਲ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਏ।
ਮੈਂ ਫਿਰ ਦਫ਼ਤਰ ਅੰਦਰ ਜਾ ਕੇ ਸਾਹਿਬ ਦੇ ਰੀਡਰ ਨੂੰ ਪੁੱਛਿਆ ਤਾਂ ਪਤਾ ਲੱਗਾ ਕਿ DIG ਸਾਹਿਬ ਦੀ ਜ਼ਰੂਰੀ ਮੀਟਿੰਗ ਆ ਗਈ ਹੈ। ਉਹਨੇ ਮੈਨੂੰ ਸਵੇਰੇ ਆ ਜਾਣ ਦਾ ਹੁਕਮ ਸੁਣਾ ਦਿੱਤਾ। ਮੈਂ ਬੜੀ ਨਿਰਾਸ਼ਾ ਨਾਲ ਆ ਕੇ ਆਪਣੇ ਸਭ ਸਾਥੀਆਂ ਨੂੰ ਖਬਰ ਸੁਣਾਈ। ਸਾਨੂੰ ਸ਼ੱਕ ਸੀ ਕਿ ਸ਼ਾਇਦ ਸਾਹਿਬ ਕੱਲ੍ਹ ਨੂੰ ਵੀ ਨਹੀਂ ਆਏਗਾ, ਇਸ ਲਈ ਸਾਨੂੰ ਦੂਜੇ ਦਿਨ ਆਉਣ ਲਈ ਆਖਿਆ ਗਿਆ ਹੈ। ਸਾਂਝੀ ਸਲਾਹ ਇਹ ਬਣੀ ਕਿ ਮੈਂ ਸਵੇਰੇ ਆ ਕੇ SP ਦੇ ਆਉਣ ਦਾ ਪਤਾ ਕਰਾਂ, ਫਿਰ ਸਭ ਨੂੰ ਫੋਨ ਕਰ ਦੇਵਾਂ। ਸਾਰੇ ਜਣੇ SP ਨੂੰ ਗਾਲਾਂ ਕੱਢਦੇ ਹੋਏ ਆਪੋ ਆਪਣੇ ਘਰਾਂ ਨੂੰ ਚਲੇ ਗਏ। ਮੇਰੇ ਲਈ ਹੁਣ ਅਗਲੇ ਦਿਨ ਲਈ ਫਿਰ ਗਵਾਹਾਂ ਤੇ ਬੰਦਿਆਂ ਨੂੰ ਇਕੱਠੇ ਕਰਨ ਦਾ ਬੋਝ ਸਿਰ ਤੇ ਆ ਖੜਾ ਹੋਇਆ। ਮੈਨੂੰ ਅਫਸੋਸ ਹੋ ਰਿਹਾ ਸੀ ਕਿ ਇੰਨੇ ਬੰਦੇ ਸਿਰਫ ਸਾਡੇ ਕਰਕੇ ਖਰਾਬ ਹੋ ਰਹੇ ਆ। ਅਗਲੀ ਸਵੇਰ ਮੈਂ ਫਿਰ ਠੀਕ 9 ਵਜੇ ਦਫ਼ਤਰ ਜਾ ਕੇ ਬੈਠ ਗਿਆ। ਦਫ਼ਤਰ ਅਜੇ ਖਾਲੀ ਸੀ, ਕੇਵਲ 2 ਸਫਾਈ ਕਰਮਚਾਰੀ ਪੋਚੇ ਲਾਉਂਦੇ ਫਿਰ ਰਹੇ ਸੀ। 9:30 ਵਜੇ ਆਵਾਜਾਈ ਸ਼ੁਰੂ ਹੋ ਗਈ। ਮੈਂ ਕਮਰੇ 'ਚ ਜਾ ਕੇ ਇੱਕ ਮੁਲਾਜ਼ਮ ਨੂੰ ਸਾਹਿਬ ਦੀ ਆਮਦ ਬਾਰੇ ਪੁੱਛਿਆ ਤੇ ਮੈਨੂੰ ਰੁੱਖਾ ਬੋਲਿਆ। ਸਾਹਿਬ ਨੇ ਮੈਨੂੰ ਦੱਸ ਕੇ ਆਉਣਾ, ਬਹਿ ਜਾ ਉੱਥੇ ਤੇ ਉਡੀਕ ਲਾ ਝੱਟ। ਉਹ ਜੇ ਵੀ ਬੋਲੀ ਜਾ ਰਿਹਾ ਸੀ, ਪਰ ਮੈਂ ਬਾਹਰ ਆਉਣ 'ਚ ਹੀ ਆਪਣੀ ਭਲਾਈ ਸਮਝੀ। ਉਂਝ ਮੈਂ ਸਮਝ ਗਿਆ ਸੀ ਕਿ ਉਸ ਕਰਮਚਾਰੀ ਨੇ ਮੈਨੂੰ ਪਛਾਣ ਲਿਆ ਸੀ ਕਿ ਮੈਂ ਉਹਦੇ ਇੱਕ ਸਹਿਕਰਮੀ ਜਪਨਾਮ ਦੇ ਵਿਰੁੱਧ ਸ਼ਿਕਾਇਤ ਕੀਤੀ ਹੋਈ ਹੈ ਤੇ ਉਹਦੇ ਸਬੰਧ 'ਚ ਹੀ ਇੱਥੇ ਆਇਆ। ਜਦ ਉੱਥੇ ਕਾਫੀ ਸਾਰਾ ਇਕੱਠ ਹੋ ਗਿਆ, ਲਗਭਗ ਸਾਰੇ ਸਾਹਿਬ ਦੇ ਆਉਣ ਬਾਰੇ ਪੁੱਛ ਚੁੱਕੇ ਸੀ, ਤਾਂ ਮੈਨੂੰ ਵੀ ਪਤਾ ਲੱਗ ਗਿਆ ਸਾਹਿਬ ਅੱਜ ਜ਼ਰੂਰ ਬੈਠੇਗਾ। 11 ਵਜੇ ਮੈਨੂੰ ਸਾਹਿਬ ਦੇ ਆਉਣ ਬਾਰੇ ਪੱਕਾ ਯਕੀਨ ਹੋ ਗਿਆ। ਮੈਂ ਆਪਣੇ ਸਭ ਸਮਰਥਕਾਂ ਨੂੰ ਫੋਨ ਕਰਤੇ। 11:45 ਵਜੇ ਮੈਨੂੰ ਛੋਟਾ ਸਾਹਿਬ ਆਉਂਦਾ ਨਜ਼ਰੀ ਪੈ ਗਿਆ। ਅੱਜ ਦਫ਼ਤਰ 'ਚ ਪਹਿਲਾਂ ਨਾਲੋਂ ਕੁਝ ਜ਼ਿਆਦਾ ਭੀੜ ਸੀ। ਮੇਰੇ ਸਾਥੀ ਆਰਾਮ ਨਾਲ ਆ ਰਹੇ ਸੀ। 1:30 ਵੱਜ ਚੁੱਕਾ ਸੀ, ਪਰ ਅੱਜ ਸਾਹਿਬ ਲੰਚ ਕਰਨ ਲਈ ਨਹੀਂ ਸੀ ਉੱਠਿਆ। ਉਹਦੇ ਲੰਚ ਕਰਨ ਲਈ ਨਾ ਉੱਠਣ ਕਾਰਨ ਦਫ਼ਤਰ ਦੇ ਕਈ ਕਰਮਚਾਰੀ ਨਿਰਾਸ਼ ਵੀ ਲੱਗ ਰਹੇ ਸੀ। ਸਾਹਿਬ ਮਿਲਣ ਵਾਲਿਆਂ ਨੂੰ ਸੱਦਾ ਭੇਜੀ ਜਾ ਰਿਹਾ ਸੀ। ਅੱਜ ਉਹਨੂੰ ਮਿਲਣ ਵਾਲੇ ਪਤਾ ਨਹੀਂ ਕਿੱਥੋਂ ਕੀੜਿਆਂ ਦੇ ਭੌਣ ਵਾਂਗ ਨਿਕਲ ਆਏ। ਮੈਨੂੰ ਮਿਲਣ ਵਾਲਿਆਂ ਤੇ ਗੁੱਸਾ ਆ ਰਿਹਾ ਸੀ, ਕਿਉਂਕਿ ਸਾਹਿਬ ਨੇ ਮਿਲਣ ਵਾਲਿਆਂ ਨੂੰ ਮਿਲ ਕੇ ਹੀ ਮਾਮਲਿਆਂ ਦੀਆਂ ਪੜਤਾਲਾਂ ਵਾਲਾ ਕੰਮ ਨਿਪਟਾਉਣਾ ਸ਼ੁਰੂ ਕਰਨਾ ਸੀ। ਸ਼ੁਕਰ ਤਾਂ ਇਸ ਗੱਲ ਦਾ ਸੀ ਕਿ ਅੱਜ ਸਾਹਿਬ ਬੈਠਾ ਰਿਹਾ। ਅੱਜ ਨਹੀਂ ਉੱਠਦਾ, ਲੱਗਦਾ ਕਿਸੇ ਅੱਕੇ ਹੋਏ ਨੇ ਸੀਟ ਤੇ ਫੈਵੀਕੋਲ ਪਾਤੀ ਹੋਣੀ ਆ। ਤੇਜ ਸਿੰਘ ਨੇ ਮਜ਼ਾਕ ਦੇ ਰੌਂਅ 'ਚ ਸਾਡੇ ਉਦਾਸੇ ਚਿਹਰਿਆਂ ਤੇ ਮੁਸਕਾਨ ਲਿਆਉਣ ਦਾ ਯਤਨ ਕਰਦਿਆਂ ਆਖਿਆ, ਗੱਲ ਬੈਠਣ ਦੀ ਨਹੀਂ, ਆਪਾਂ ਨੂੰ ਸੱਦਣ ਦੀ ਤੇ ਇਨਸਾਫ ਕਰਨ ਦੀ ਹੈ। DTF ਵਾਲੇ ਪ੍ਰੇਮ ਕੁਮਾਰ ਨੇ ਆਖਿਆ। ਜਦ ਕਿਸੇ ਪੁਲਿਸ ਦੇ ਵਾਲੇ ਦੇ ਖਿਲਾਫ ਸ਼ਿਕਾਇਤ ਹੋਈ ਹੁੰਦੀ ਹੈ ਤੇ ਸਾਰੇ ਇਕੱਠੇ ਹੋ ਜਾਂਦੇ ਆ, ਬੰਦੇ ਨੂੰ ਬਹੁਤ ਖਰਾਬ ਕਰਨ ਦਾ ਯਤਨ ਕਰਦੇ ਆ। ਸਾਡਾ ਤਾਂ ਇਹਨਾਂ ਨਾਲ ਨਿੱਤ ਦਾ ਵਾਹ ਹੈ। ਗੁਰਦੀਪ ਵੈਰੋਕੇ ਨੇ ਆਖਿਆ। ਕ੍ਰਾਂਤੀਕਾਰੀ ਭਾਰਤੀ ਮਜ਼ਦੂਰ ਜਥੇਬੰਦੀ 'ਚ ਲੰਮੇ ਸਮੇਂ ਤੋਂ ਕੰਮ ਕਰਦਿਆਂ ਹੋਣ ਕਾਰਨ ਉਹਦਾ ਤਜਰਬਾ ਬੋਲ ਰਿਹਾ ਸੀ। ਜੇ ਇੰਜ ਲੋਟ ਨਹੀਂ ਆਉਂਦੇ ਤਾਂ ਆਪਾਂ ਧਰਨਾ ਮੁਜ਼ਾਹਰਾ ਨਾ ਕਰ ਲਈਏ। ਅਮਨਦੀਪ ਪਟਵਾਣੀ ਨੇ ਸਭ ਦੀ ਸਲਾਹ ਪੁੱਛਣੀ ਚਾਹੀ ਤੇ ਸਭ ਦੇ ਚਿਹਰਿਆਂ ਵੱਲ ਧਿਆਨ ਨਾਲ ਵੇਖਿਆ। ਇਹਨਾਂ ਨੇ ਆਖ ਦੇਣਾ ਮਾਮਲਾ ਅਦਾਲਤ 'ਚ ਹੈ, ਇਸ 'ਚ ਪੁਲਿਸ ਕੁਝ ਨਹੀਂ ਕਰ ਸਕਦੀ। ਧਰਨਾ ਮੁਜ਼ਾਹਰਾ ਕਰਨ ਨੂੰ ਤਾਂ ਆਪਾਂ ਭਾਵੇਂ ਕੱਲ੍ਹ ਨੂੰ ਹੀ ਕਰ ਦਈਏ, ਪਰ ਹੁਣ ਆਪਣੇ ਹੱਥ ਪੱਲੇ ਕੁਝ ਨਹੀਂ ਪੈਣਾ। ਪਹਿਲਾਂ ਕਰ ਲੈਂਦੇ ਤਾਂ ਕਰ ਲੈਂਦੇ। DTF ਦੇ ਜ਼ਿਲ੍ਹਾ ਪ੍ਰਧਾਨ ਦਿਗਵਜੇ ਨੇ ਆਪਣੀ ਸਲਾਹ ਦਿੱਤੀ। ਤਦ ਨੂੰ ਸਾਨੂੰ ਆਵਾਜ਼ ਪੈ ਗਈ। ਮੈਂ ਵੇਖਿਆ ਸਾਰਾ ਦਫ਼ਤਰ ਖਾਲੀ ਹੋ ਚੁੱਕਾ ਸੀ। ਸਾਹਿਬ ਨੂੰ ਮਿਲਣ ਲਈ ਸਿਰਫ ਅਸੀਂ ਰਹਿ ਗਏ ਸੀ, ਇਸ ਲਈ ਸਾਨੂੰ ਆਵਾਜ਼ ਮਾਰਨੀ ਉਹਦੀ ਇੱਕ ਮਜਬੂਰੀ ਬਣ ਗਈ ਸੀ। ਅਸੀਂ ਕਮਰੇ ਅੰਦਰ ਗਏ। SP ਨੇ ਸਾਨੂੰ ਬੈਠਣ ਦਾ ਇਸ਼ਾਰਾ ਕੀਤਾ। ਇੰਨੇ 'ਚ ਗੁਰਨੇਕ, ਜਪਨਾਮ ਤੇ ਮਲਕੀਤ ਵੀ ਅੰਦਰ ਆ ਗਏ। ਜਪਨਾਮ ਤੇ ਮਲਕੀਤ ਨੇ ਸਾਹਿਬ ਨੂੰ ਸਲੂਟ ਮਾਰਿਆ। ਉਹ ਤਿੰਨੇ ਜਣੇ ਉੱਥੇ ਹੀ ਖੜੇ ਰਹੇ ਜਿੰਨਾ ਚਿਰ ਸਾਹਿਬ ਨੇ ਉਹਨਾਂ ਨੂੰ ਬੈਠਣ ਲਈ ਨਾ ਆਖਿਆ। ਸਾਨੂੰ ਸਭ ਨੂੰ ਹੈਰਾਨੀ ਹੋਈ ਕਿ ਇਹ ਕਿਵੇਂ ਆ ਗਏ ਤੇ ਪਹਿਲਾਂ ਸਾਨੂੰ ਦਿਸੇ ਕਿਉਂ ਨਹੀਂ। SP ਨੇ ਗੱਲ ਸ਼ੁਰੂ ਕੀਤੀ। ਤੁਸੀਂ ਉਪ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਹੈ। ਇੱਕ ਮੈਂ ਤੁਹਾਨੂੰ ਦੱਸ ਦਿੰਦਾ, ਤੁਸੀਂ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਤੱਕ ਪਹੁੰਚ ਕਰ ਲਓ, ਆਉਣਾ ਹੀ ਹੈ ਉਹਨੇ ਇਸ ਹਫ਼ਤੇ ਇੰਡੀਆ, ਪਰ ਮੈਂ ਗਲੀ 'ਚ ਵਿੰਗ ਤਾਂ ਨਹੀਂ ਪੈਣ ਦੇਣਾ। ਆ ਸੱਦੇ ਨੇ ਮੈਂ ਆਪਣੇ ਕਰਮਚਾਰੀ, ਤੁਸੀਂ ਜਿਵੇਂ ਹੁੰਦਾ ਇਹਨਾਂ ਨਾਲ ਸਮਝੌਤਾ ਕਰ ਲਓ। ਆਪਣੇ ਵੱਲੋਂ ਉਹਨੇ ਆਪਣਾ ਫੈਸਲਾ ਸੁਣਾ ਦਿੱਤਾ। ਸਾਡੀ ਜਥੇਬੰਦੀ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਕਰਨ ਦੀ ਨੀਤੀ ਤੇ ਨਹੀਂ ਚੱਲਦੀ, ਇਸ ਲਈ ਅਸੀਂ ਇਹਨਾਂ ਦਾ ਵੀ ਕੋਈ ਨੁਕਸਾਨ ਕਰਨ ਲਈ ਦਿਲੋਂ ਰਾਜ਼ੀ ਨਹੀਂ ਹਾਂ। ਅਸੀਂ ਸਮਝੌਤਾ ਵੀ ਕਰ ਲਾਂਗੇ, ਪਰ ਸਾਨੂੰ ਸਾਡੀ ਆਪਣੀ ਜਗ੍ਹਾ ਤੇ ਕਬਜ਼ਾ ਚਾਹੀਦਾ ਹੈ, ਜਿਹੜਾ ਕਿ ਪੁਲਿਸ ਵਿਭਾਗ ਦੀ ਦਖਲਅੰਦਾਜ਼ੀ ਕਾਰਨ ਰੁਕਿਆ ਪਿਆ। DTF ਵਾਲੇ ਸੁਰਿੰਦਰ ਸਿੰਘ ਨੇ SP ਨੂੰ ਜ਼ਰਾ ਕੁ ਕਰੜਾ ਹੁੰਦਿਆਂ ਆਖਿਆ, ਮੇਰੀ ਗੱਲ ਕੰਨ ਖੋਲ ਕੇ ਸੁਣ ਲਓ। ਮੈਂ ਗਲੀ ਦੇ ਲੋਕਾਂ ਦੀ ਮਰਜ਼ੀ ਤੋਂ ਬਗੈਰ ਉੱਥੇ ਕੰਧ ਨਹੀਂ ਹੋਣ ਦੇਣੀ। ਤੁਸੀਂ ਐਵੇਂ ਹੀ ਸ਼ਿਕਾਇਤਾਂ ਕਰੀ ਜਾਂਦੇ ਹੋ, ਨਾਲੇ ਆਪ ਖਰਾਬ ਹੋਈ ਜਾਂਦੇ ਹੋ, ਨਾਲੇ ਸਾਡਾ ਵਕਤ ਖਰਾਬ ਕਰੀ ਜਾਂਦੇ ਹੋ। SP ਪਹਿਲਾਂ ਨਾਲੋਂ ਉੱਚੀ ਖੜਕਿਆ। ਸਰ, ਮੁਹੱਲੇ ਵਾਲਾ ਤਾਂ ਇਹਨਾਂ ਦੇ ਨਾਲ ਕੋਈ ਵੀ ਨਹੀਂ। ਜੇ ਨਾਲ ਹੁੰਦੇ ਤਾਂ ਉਹ ਇਹਨਾਂ ਨਾਲ ਨਾ ਤੁਰਦੇ ਤੇ ਇਹਨਾਂ ਦੇ ਹੱਕ 'ਚ ਗਵਾਹੀਆਂ ਵੀ ਦਿੰਦੇ। ਇਹੋ ਤਿੰਨੇ ਹੀ ਰੌਲਾ ਪਾਈ ਜਾਂਦੇ ਆ। ਉਹ ਅੰਕਲ ਦਾ ਤਾਂ ਆਪ ਗਲੀ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ। ਮੈਂ SP ਨੂੰ ਗੁਰਨੇਕ ਵੱਲ ਇਸ਼ਾਰਾ ਕਰਦੇ ਆਖਿਆ। ਮੇਰੀ ਇਹ ਗੱਲ ਸੁਣ ਕੇ ਗੁਰਨੇਕ ਭੜਕ ਉੱਠਿਆ। ਉਹ ਐਵੇਂ ਬਕਵਾਸ ਕਰੀ ਜਾਂਦੇ ਆ ਜੀ, ਮੇਰਾ ਮਕਾਨ ਬਣੇ ਨੂੰ ਤਾਂ 30 ਸਾਲ ਹੋ ਗਏ, ਕਿਸੇ ਨੇ ਰੌਲਾ ਨਹੀਂ ਪਾਇਆ। ਇਹ ਕੱਲ੍ਹ ਦੇ ਇੱਥੇ ਆ ਕੇ ਸਾਨੂੰ ਖਰਾਬ ਕਰਨ ਤੇ ਤੁਲੇ ਹੋਏ ਨੇ। ਬਕਵਾਸ ਸ਼ਬਦ ਅਜੇ ਗੁਰਨੇਕ ਦੇ ਮੂੰਹ ਨਿਕਲਿਆ ਸੀ ਕਿ ਮੇਰੇ ਨਾਲ ਦੇ ਸਾਰੇ ਜਣੇ ਉਹਨੂੰ ਟੁੱਟ ਕੇ ਪੈ ਗਏ। ਮੂੰਹ ਸੰਭਾਲ ਕੇ ਗੱਲ ਕਰ ਓਏ, ਸਾਨੂੰ ਪਤਾ ਤੇਰੀਆਂ ਸਾਰੀਆਂ ਕਰਤੂਤਾਂ ਦਾ। ਸਾਰਾ ਇਲਾਕਾ ਤੇਰੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ। ਬਾਹਰ ਚੱਲ, ਤੈਨੂੰ ਬੋਲਣਾ ਸਿਖਾਉਂਦੇ ਆ।
ਇਹਨੇ ਅਜੇ ਆਪਣੇ ਹੱਥ ਨਹੀਂ ਵੇਖੇ। ਆ ਪੁਲਸੀਆਂ ਦੇ ਸਿਰ ਤੇ ਹੀ ਚੰਬਲੀ ਜਾਂਦਾ ਹੈ ਨਾ। ਦੱਸਦੇ ਆ ਤੈਨੂੰ ਪਤਾ, ਬਾਹਰ ਨਿਕਲ ਜਰਾ। ਅਖਾੜਾ ਖਿੱਲਰ ਜਾਣ ਦੀ ਹੱਦ ਤੇ ਆ ਗਿਆ ਸੀ ਤੇ ਐਸਪੀ ਖੜਾ ਹੋ ਗਿਆ। ਰੋਬ ਨਾਲ ਸਾਨੂੰ ਸਭ ਨੂੰ ਸ਼ਾਂਤ ਕਰਾਉਣ ਦਾ ਯਤਨ ਕਰਨ ਲੱਗ ਪਿਆ। ਆਪਣਾ ਬਸ ਨਾ ਚੱਲਦਾ ਵੇਖ ਕੇ ਘੰਟੀਆਂ ਵਜਾਉਣ ਲੱਗ ਪਿਆ। ਬਾਹਰੋਂ ਉਹਦਾ ਗੇਟਕੀਪਰ ਭੱਜਿਆ ਆ। ਉਹਨੂੰ ਹੁਕਮ ਕਰਤਾ, ਸਾਦੋ ਇਹ ਮੁਲਾਜ਼ਮ ਤੇ ਬਾਹਰ ਕੱਢ ਇਹਨਾਂ ਨੂੰ। ਸਾਹਿਬ ਦਾ ਹੁਕਮ ਸੁਣਦਿਆਂ ਉਹ ਬਾਹਰ ਵੱਲ ਨੂੰ ਭੱਜ ਤੁਰਿਆ। ਇੰਨੇ ਨੂੰ ਰੌਲਾ ਵੀ ਠੰਡਾ ਹੋਣ ਲੱਗ ਪਿਆ ਤੇ ਅਸੀਂ ਗੁਰਨੇਕ ਦੁਆਰਾ ਵਰਤੀ ਗਈ ਸ਼ਬਦਾਵਲੀ ਤੇ ਇਤਰਾਜ਼ ਉਠਾਇਆ। ਕੁਝ ਦੇਰ ਹੋਰ ਬਹਿਸ ਮੁਬਾਹਿਸੇ ਤੋਂ ਬਾਅਦ ਸ਼ਾਂਤੀ ਹੋ ਚੁੱਕੀ ਸੀ ਤੇ ਅੰਦਰ ਆ ਵੜੇ ਤਿੰਨੇ ਮੁਲਾਜ਼ਮ ਐਸਪੀ ਦੇ ਇਸ਼ਾਰਾ ਕਰਨ ਤੇ ਬਾਹਰ ਚਲੇ ਗਏ। ਐਸਪੀ ਨੇ ਗੁਰਨੇਕ ਦੀ ਲਾਹ-ਪਾਹ ਕੀਤੀ ਕਿ ਉਹਦੀ ਤਾਂ ਭੂਤਨੀ ਭੁੱਲ ਗਈ ਸੀ। ਉਹ ਆਪਣੀ ਬੇਇੱਜ਼ਤੀ ਮੰਨਦਾ ਹੋਇਆ ਕੁਰਸੀ ਤੇ ਸੁੰਗੜ ਕੇ ਬੈਠ ਗਿਆ ਸੀ। ਫਿਰ ਗੁੱਸੇ 'ਚ ਹੀ ਐਸਪੀ ਨੇ ਹੁਕਮ ਸੁਣਾਇਆ, ਮੈਨੂੰ ਨਹੀਂ ਲੱਗਦਾ ਵੀ ਤੁਹਾਡਾ ਕੋਈ ਸਮਝੌਤਾ ਹੋ ਸਕੇਗਾ। ਜਾਓ ਬਾਹਰ, ਰੀਡਰ ਨੂੰ ਆਪੋ ਆਪਣੇ ਬਿਆਨ ਲਿਖਵਾ ਦਿਓ, ਮੈਂ ਆਪੇ ਵੇਖ ਲਾਂਗਾ ਕੀ ਕਾਰਵਾਈ ਕਰਨੀ ਬਣਦੀ ਹੈ। ਸਾਡੇ ਸਭ ਦੇ ਬਿਆਨ ਤਾਂ ਉਹੀ ਸੀ। ਉਸ ਦਿਨ ਇਹਨਾਂ ਬਿਆਨਾਂ 'ਚ ਇੱਕ ਹੋਰ ਗੱਲ ਵੱਧ ਦਰਜ ਕਰਾਉਣੀ ਸੀ ਕਿ ਜਿਸ ਡੀਐਸਪੀ ਨੇ ਪਹਿਲਾਂ ਜਾਂਚ ਕੀਤੀ ਹੈ ਉਹ ਖੁਦ ਕਈ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਤੇ ਉਹ ਇੱਕ ਦਾਗੀ ਅਧਿਕਾਰੀ ਹੈ। ਇਸ ਲਈ ਉਹ ਆਪਣੀ ਦਿੱਤੀ ਰਿਪੋਰਟ ਵਿੱਚ ਨਜਾਇਜ਼ ਕਬਜ਼ਾ ਧਾਰਕ ਦੀ ਮਦਦ ਕਰਕੇ ਗਿਆ। ਸਾਨੂੰ ਇਹ ਰਿਪੋਰਟ ਪ੍ਰਵਾਨ ਨਹੀਂ, ਇਸ ਲਈ ਇਸ ਮਾਮਲੇ ਦੀ ਦੁਬਾਰਾ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ। ਸਾਰੇ ਜਣੇ ਖੁਸ਼ ਸੀ ਕਿ ਚਲੋ ਸੱਚੀ ਗੱਲ ਸਾਹਿਬ ਨੂੰ ਪਤਾ ਲੱਗ ਗਈ ਹੈ ਤੇ ਉਹ ਦੂਜੀ ਧਿਰ ਨੂੰ ਵੀ ਟੁੱਟ ਕੇ ਪੈਣ ਲੱਗ ਪਿਆ। ਅਸੀਂ ਆਪਣੇ ਸਾਰੇ ਸਬੂਤ ਪੇਸ਼ ਕਰਤੇ ਤੇ ਗਵਾਹ ਦੇ ਬਿਆਨ ਵੀ ਲਿਖਵਾਤੇ। ਸਾਰੀ ਦਿਹਾੜੀ ਮੈਨੂੰ ਇੱਕ ਗੱਲ ਰੜਕਦੀ ਰਹੀ ਸੀ ਕਿ ਇਸ ਵਿਭਾਗ ਦੀਆਂ ਗੁੱਝੀਆਂ ਗੱਲਾਂ ਬਾਰੇ ਇਸ਼ਾਰੇ ਦੇਣ ਵਾਲਾ ਸੋਹਣੀ ਜੀ ਪੱਗ ਵਾਲਾ ਪੁਲਸੀਆ ਮੈਨੂੰ ਦੋਵੇਂ ਦਿਨ ਨਹੀਂ ਸੀ ਮਿਲਿਆ। ਮੈਨੂੰ ਇੱਕ ਫਿਕਰ ਇਹ ਵੀ ਪੈ ਗਿਆ ਕਿ ਕਿਤੇ ਕਿਸੇ ਨੇ ਉਹਦੀ CID ਕਰਤੀ ਹੈ ਕਿ ਉਹਨੇ ਮੈਨੂੰ ਮਹਿਕਮੇ ਦੀ ਕੋਈ ਬੇਹੱਦ ਗੁਪਤ ਗੱਲ ਦੱਸ ਦਿੱਤੀ ਹੈ। ਸ਼ਾਇਦ ਇਸੇ ਕਾਰਨ ਉਹਦੀ ਬਦਲੀ ਹੋਰ ਕਿਧਰੇ ਕਰਤੀ ਹੋਵੇ। ਫਿਰ ਸੋਚਿਆ ਉਹਨੇ ਵਿਚਾਰੇ ਨੇ ਮੈਨੂੰ ਕਿਹੜਾ ਅਜਿਹਾ ਬੰਬ ਦੇ ਦਿੱਤਾ ਜਿਹਦੇ ਨਾਲ ਮੈਂ ਇਹ ਮਹਿਕਮੇ ਦੇ ਪਰਖੱਚੇ ਉਡਾ ਦੇਣੇ ਸੀ। ਇਸੇ ਉਧੇੜ ਬੁਣ 'ਚ ਮੈਂ ਆਪਣੇ ਪਿਤਾ ਜੀ ਨਾਲ ਘਰ ਪੁੱਜ ਚੁੱਕਾ ਸੀ। ਘਰ ਵੜਦੇ ਸਾਰ ਘਰ ਦੇ ਸਾਰੇ ਜੀ ਸਾਡੇ ਦੁਆਲੇ ਹੋ ਗਏ। ਮੈਂ ਸਾਰੇ ਦਿਨ ਦੀ ਬੀਤੀ ਹੱਸ ਕੇ ਸੁਣਾਉਣ ਲੱਗ ਪਿਆ। ਕਿਸੇ ਵੀ ਜੀ ਨੂੰ ਇਹ ਨਾ ਲੱਗੇ ਕਿ ਮੈਂ ਉਦਾਸ ਜਾਂ ਨਿਰਾਸ਼ ਹੋ ਗਿਆ। ਸਗੋਂ ਮੈਂ ਉਹਨਾਂ ਨੂੰ ਹੌਸਲਾ ਦਿੰਦਾ ਕਿ ਇਹਨਾਂ ਸਭ ਦੇ ਕੇਸ ਦਰਜ ਹੋ ਜਾਣੇ ਨੇ। ਛੇਤੀ ਗੁਰਨੇਕ ਜਾਂ ਦਾ ਨਜਾਇਜ਼ ਕਬਜ਼ਾ ਛੁਡਾਉਣ ਲਈ ਨਗਰ ਨਿਗਮ ਵਾਲੇ ਆ ਜਾਣੇ ਆ। ਮੈਨੂੰ ਲੱਗਾ ਕਿ ਇਹਨਾਂ ਉੱਪਰ ਮੇਰੀਆਂ ਇਹਨਾਂ ਹੌਸਲਾ ਵਧਾਊ ਗੱਲਾਂ ਦਾ ਬਹੁਤਾ ਅਸਰ ਨਹੀਂ ਸੀ ਹੋ ਰਿਹਾ। ਸਗੋਂ ਉਹਨਾਂ ਦੇ ਚਿਹਰੇ ਫਿਕਰ ਨਾਲ ਫੱਕ ਹੋ ਕੇ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਸੀ। ਇੰਨੇ ਨੂੰ ਅਮਿਤਾ ਇੱਕ ਖੁੱਲ੍ਹਿਆ ਖਾਕੀ ਲਿਫਾਫਾ ਚੁੱਕੀ ਮੇਰੇ ਕੋਲ ਆ ਗਈ। ਆਖਣ ਲੱਗੀ, ਆਹ ਰਜਿਸਟਰੀ ਆਈ ਸੀ ਪੁਲਿਸ ਵਾਲਿਆਂ ਵੱਲੋਂ, ਤੁਸੀਂ ਵੀ ਵੇਖ ਲਓ। ਸਾਨੂੰ ਤਾਂ ਕੁਝ ਵੀ ਸਮਝ ਨਹੀਂ ਪਈ ਇਹਦੇ 'ਚ ਕੀ ਲਿਖਿਆ। ਲਿਫਾਫਾ ਫੜਦਿਆਂ ਮੈਂ ਇੱਕੋ ਦਮ ਸਾਰੀ ਕਹਾਣੀ ਸਮਝ ਗਿਆ। ਇਹਨਾਂ ਨੇ ਪੁਲਿਸ ਵੱਲੋਂ ਭੇਜਿਆ ਹੋਇਆ ਇਹ ਪੱਤਰ ਪੜ੍ਹ ਲਿਆ ਹੈ। ਜ਼ਰੂਰੀ ਇਸ 'ਚ ਕੋਈ ਅਣਸੁਖਾਵੀਂ ਗੱਲ ਹੈ ਜਿਸ ਕਾਰਨ ਇਹ ਆਖ ਰਹੀ ਹੈ ਕਿ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਹੀ। ਇਹ ਚਿੱਠੀ ਮੇਰੇ ਦੁਆਰਾ ਪਾਈ ਗਈ RTI ਦਾ ਪੁਲਿਸ ਵਿਭਾਗ ਦੁਆਰਾ ਭੇਜਿਆ ਇੱਕ ਜਵਾਬ ਸੀ ਜਿਸ 'ਚ ਉਹਨਾਂ ਨੇ ਦੋਵਾਂ ਧਿਰਾਂ ਦੇ ਦਰਜ ਕਰਵਾਏ ਬਿਆਨਾਂ, ਪੇਸ਼ ਕੀਤੇ ਗਵਾਹਾਂ, ਸਬੂਤਾਂ ਦੀਆਂ ਕਾਪੀਆਂ, ਜਾਂਚ ਅਧਿਕਾਰੀ ਦੀ ਰਿਪੋਰਟ ਭੇਜੀ ਸੀ। ਆਪਣੇ ਪੇਸ਼ ਕੀਤੇ ਗਵਾਹਾਂ ਤੇ ਸਬੂਤਾਂ ਬਾਰੇ ਤਾਂ ਮੈਨੂੰ ਪਤਾ ਸੀ, ਪਰ ਮੇਰੀ ਤਸੱਲੀ ਤਾਂ ਦੂਜੀ ਧਿਰ ਦੁਆਰਾ ਪੇਸ਼ ਕੀਤੇ ਗਏ ਗਵਾਹਾਂ ਤੇ ਬਿਆਨਾਂ ਤੇ ਪੇਸ਼ ਕੀਤੇ ਤੱਥਾਂ ਦੀ ਰੌਸ਼ਨੀ 'ਚ ਕੀਤੀ ਗਈ ਪੜਤਾਲ ਅਨੁਸਾਰ ਹੋਣੀ ਸੀ। ਇਸ ਲਈ ਮੈਂ ਸਾਰੇ ਅੰਸ਼ ਜਾਣਨ ਲਈ ਤਫਤੀਸ਼ੀ ਅਫਸਰ ਦੀ ਰਿਪੋਰਟ ਵਾਲਾ ਪੰਨਾ ਖੋਲ੍ਹ ਲਿਆ। ਉਹਨੂੰ ਪੜ੍ਹਦਿਆਂ ਮੇਰੇ ਹੋਸ਼ ਉੱਡ ਗਏ। ਇਹਦਾ ਸਾਰ ਅੰਸ਼ ਸੀ ਕਿ ਸ਼ਿਕਾਇਤਕਰਤਾ ਧਿਰ ਵੱਲੋਂ 3 ਗਵਾਹ ਪੇਸ਼ ਕੀਤੇ ਗਏ, ਰਜਿਸਟਰੀ ਦੀ ਕਾਪੀ ਤੇ ਇੱਕ CD ਸਬੂਤਾਂ ਵਜੋਂ ਪੇਸ਼ ਕੀਤੀ ਗਈ। ਬਚਾਅ ਧਿਰ ਵੱਲੋਂ ਕੋਈ ਵੀ ਸਬੂਤ ਜਾਂ ਗਵਾਹ ਪੇਸ਼ ਨਹੀਂ ਕੀਤਾ ਗਿਆ ਸੀ। ਅੰਤ 'ਚ ਜਾਂਚ ਅਧਿਕਾਰੀ ਨੇ ਨੋਟਿੰਗ ਦਿੱਤੀ ਕਿ ਜਾਂਚ ਦੌਰਾਨ ਪਾਇਆ ਗਿਆ ਸ਼ਿਕਾਇਤਕਰਤਾ ਪਿਛਲੇ 25 ਸਾਲ ਤੋਂ ਚੱਲੀ ਆ ਰਹੀ ਗਲੀ ਉੱਪਰ ਨਜਾਇਜ਼ ਕਬਜ਼ਾ ਕਰਨਾ ਚਾਹੁੰਦਾ ਹੈ। ਇਹ ਜਗ੍ਹਾ ਵਾਧ ਘਾਟ ਦੀ ਜਗ੍ਹਾ ਹੈ, ਇਸ ਲਈ ਇਸ ਕੇਸ ਨੂੰ ਦਾਖਲ ਦਫ਼ਤਰ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਉਸ ਪੱਤਰ ਨੂੰ ਪੜ੍ਹਦਿਆਂ ਮੇਰੇ ਹੱਥ ਕੰਬ ਰਹੇ ਸਨ, ਪਰ ਮੈਂ ਆਪਣੇ ਆਪ ਨੂੰ ਮਜ਼ਬੂਤ ਵਿਖਾਉਣ ਦੀ ਖਾਤਰ ਜਾਣਬੁੱਝ ਕੇ ਕਾਗਜ਼ਾਂ ਨੂੰ ਕਦੇ ਇੱਕ ਹੱਥ 'ਚ ਕਰ ਲੈਂਦਾ, ਕਦੇ ਦੂਜੇ 'ਚ। ਇੱਕ ਗੱਲ ਮੈਂ ਪੱਕੇ ਤੌਰ ਤੇ ਸਮਝ ਗਿਆ ਸੀ ਕਿ ਪੁਲਿਸ ਵਿਭਾਗ ਮੈਨੂੰ ਕੁਝ ਵੀ ਡਾਹ ਦਵਾਲ ਨਹੀਂ। ਮੈਂ ਫਿਰ ਵੀ ਘਰਦਿਆਂ ਨੂੰ ਹੌਸਲਾ ਦੇਣ ਦੀ ਖਾਤਰ ਆਖਦਾ ਰਿਹਾ, ਕੋਈ ਨਹੀਂ, ਅਸੀਂ ਜਿਹੜੇ ਅੱਜ ਬਿਆਨ ਲਿਖਾਏ ਨਾ ਉਹਨਾਂ 'ਚੋਂ ਨਹੀਂ ਛੁੱਟ ਸਕਦੇ, ਭੱਜਣਗੇ ਕਿੱਥੇ। ਆਪਾਂ ਵੀ ਭੂਤਾਂ ਵਾਂਗੂ ਇਹਨਾਂ ਨੂੰ ਚਿੰਬੜੇ ਹੀ ਰਹਿਣਾ। ਜਿਉਂਦੇ ਜੀ ਤਾਂ ਇਹਨਾਂ ਦੇ ਮਗਰੋਂ ਨਹੀਂ ਲੈਂਦੇ, ਕੁਝ ਆਖੀ ਜਾਣ ਜਾਂ ਲਿਖੀ ਜਾਣ। ਸ਼ਾਇਦ ਮੇਰੀਆਂ ਇਹਨਾਂ ਗੱਲਾਂ ਦਾ ਕਿਸੇ ਤੇ ਭੋਰਾ ਭਰ ਵੀ ਅਸਰ ਨਹੀਂ ਸੀ ਹੋਇਆ ਤੇ ਘਰ ਦਾ ਮਾਹੌਲ ਉਸੇ ਤਰ੍ਹਾਂ ਗਮਗੀਨ ਦਿਸੀ ਜਾ ਰਿਹਾ ਸੀ ਜਿਸ ਤਰ੍ਹਾਂ ਦੇ ਮਾਹੌਲ 'ਚ ਮੈਂ ਘਰ 'ਚ ਦਾਖਲ ਹੋਇਆ ਸੀ। ਆਮ ਵਾਂਗ ਮੈਂ ਘਰ 'ਚ ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਆਪਣੇ ਨਵੇਂ ਖਰੀਦੇ ਘਰ 'ਚ ਆ ਗਿਆ ਸੀ। ਦਰਵਾਜ਼ੇ ਦਾ ਜਿੰਦਰਾ ਖੋਲ੍ਹਦਿਆਂ ਮੇਰੇ ਮਨ ਤੇ ਪਤਾ ਨਹੀਂ ਕਿਹੜੀ ਉਦਾਸੀ ਛਾ ਗਈ। ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰਤਾ। ਰੋਂਦੇ ਰੋਂਦੇ ਮੈਂ ਉੱਚੀ ਉੱਚੀ ਬੋਲਣ ਵੀ ਲੱਗ ਪਿਆ, ਓਏ ਤੁਹਾਡਾ ਕੁਛ ਨਾ ਰਹੇ, ਓਏ ਮੈਨੂੰ ਦੋਸ਼ੀ ਠਹਿਰਾਉਣ ਵਾਲਿਓ, ਤੁਸੀਂ ਅੱਜ ਉਸ ਬੰਦੇ ਨੂੰ ਦੋਸ਼ੀ ਠਹਿਰਾਤਾ ਜਿਹੜਾ ਲਿਖਦਾ ਵੀ ਹੈ ਤੇ ਲੋੜਵੰਦਾਂ ਨੂੰ ਖੂਨਦਾਨ ਕਰਨ ਦੇ ਲਈ, ਜਿਹੜਾ ਅਖਬਾਰਾਂ ਤੋਂ ਆਇਆ
ਇੱਕ ਇੱਕ ਪੈਸਾ ਖੂਨਦਾਨ ਵਾਸਤੇ ਵਰਤ ਰਿਹਾ ਜਾਂ ਫਿਰ ਸਕੂਲ 'ਚ ਚਲਾਈ ਜਾ ਰਹੀ ਨਰਸਰੀ ਲਈ, ਜਿੱਥੋਂ ਹਜ਼ਾਰਾਂ ਪੌਦੇ ਤਿਆਰ ਕਰਕੇ ਮੁਫਤ ਵੰਡੇ ਜਾ ਰਹੇ ਨੇ। ਤੁਸੀਂ ਉਸ ਬੰਦੇ ਨੂੰ ਸੜਕ ਤੇ ਕਬਜ਼ਾ ਕਰਨ ਵਾਲਾ ਠਹਿਰਾ ਦਿੱਤਾ। ਓਏ ਕੁੱਤਿਓ, ਤੁਹਾਡਾ ਕੱਖ ਨਾ ਰਹੇ। ਓਏ ਪੁਲਿਸ ਵਾਲਿਓ। ਮੈਂ ਕਾਫੀ ਦੇਰ ਤੱਕ ਇਕੱਲਾ ਹੀ ਇਸ ਤਰ੍ਹਾਂ ਬੋਲਦਾ ਰੋਂਦਾ ਰਿਹਾ। ਇੱਥੇ ਮੈਨੂੰ ਹੌਸਲਾ ਦੇਣ ਜਾਂ ਚੁੱਪ ਕਰਾਉਣ ਵਾਲਾ ਕੋਈ ਨਹੀਂ ਸੀ, ਪਰ ਆਪਣੇ ਮਨ ਦਾ ਗੁੱਬ ਗੁਬਾਟ ਕੱਢ ਕੇ ਮੈਂ ਆਪੇ ਚੁੱਪ ਹੋ ਗਿਆ। ਮੈਂ ਬਹੁਤ ਨਿਢਾਲ ਹੋ ਚੁੱਕਿਆ ਸੀ ਤੇ ਮੇਰਾ ਮਨ ਕਾਫੀ ਹੌਲਾ ਹੋ ਗਿਆ ਸੀ। ਫਿਰ ਦਿਮਾਗ 'ਚ ਆਇਆ, ਇਹਨਾਂ ਸਰਕਾਰੀ ਗੁੰਡਿਆਂ ਨਾਲ ਆਰ-ਪਾਰ ਦੀ ਲੜਾਈ ਲੜਨੀ ਪੈਣੀ ਹੈ। ਹੰਝੂ ਪੂੰਝਦਾ ਸੋਚਣ ਲੱਗਾ ਕਿ ਅਜਿਹਾ ਕੀ ਕੀਤਾ ਜਾਏ ਜਿਸ ਨਾਲ ਮੇਰੇ ਸਮੇਤ ਹਰ ਉਸ ਮਜ਼ਲੂਮ ਨੂੰ ਰਾਹਤ ਮਿਲੇ ਜਿਹੜਾ ਇਹਨਾਂ ਦਰਿੰਦਿਆਂ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਹੈ। ਅੰਤ ਸੋਚ ਵਿਚਾਰ ਕਰਦਿਆਂ ਇੱਕ ਗੱਲ ਮੇਰੇ ਦਿਮਾਗ 'ਚ ਆਈ ਕਿ ਕਿਉਂ ਨਾ ਉਸ ਅਖਬਾਰ ਦੇ ਸੰਪਾਦਕ ਨੂੰ ਖਤ ਲਿਖਿਆ ਜਾਏ ਜਿਸ 'ਚ ਮੇਰੇ ਸਭ ਤੋਂ ਵੱਧ ਲੇਖ ਆਦਿ ਛਪਦੇ ਹੈ। ਗਾਹੇ ਬਗਾਏ ਕਿਸੇ ਵਿਸ਼ੇ ਤੇ ਲੇਖ ਲਿਖਣ ਲਈ ਉਹ ਫੋਨ ਕਰਕੇ ਮੈਨੂੰ ਹੁਕਮ ਵੀ ਦਿੰਦਾ ਹੈ। ਭਾਵੁਕ ਹਾਲਤ 'ਚ ਮੈਂ ਉਹਨੂੰ ਖਤ ਲਿਖਣ ਲੱਗ ਪਿਆ। ਬਹੁਤ ਹੀ ਸਤਿਕਾਰਯੋਗ ਸੰਪਾਦਕ ਸਾਹਿਬ ਜੀ, ਤੁਸੀਂ ਆਪਣੇ ਅਖਬਾਰ ਦੇ ਚੌਥੇ ਵਰ੍ਹੇ 'ਚ ਸ਼ਾਮਲ ਹੋਣ ਦਾ ਜਸ਼ਨ ਮਨਾਇਆ ਹੈ, ਪਰ ਮੈਨੂੰ ਅਫਸੋਸ ਲੱਗਾ ਕਿ ਮੈਂ ਆਪਣੇ ਪਿਆਰੇ ਅਖਬਾਰ ਦੀ ਇਸ ਖੁਸ਼ੀ 'ਚ ਆਪ ਜੀ ਨੂੰ ਵਧਾਈ ਤੱਕ ਵੀ ਨਹੀਂ ਦੇ ਸਕਿਆ। ਵਧਾਈ ਤੇ ਸ਼ਹਿਨਾਈ ਵੀ ਉਸੇ ਵੇਲੇ ਚੰਗੀ ਲੱਗਦੀ ਹੈ ਜਦ ਮਨ ਖੁਸ਼ ਹੋਵੇ। ਤੁਸੀਂ ਕਿਸੇ ਪੰਛੀ ਦਾ ਆਲ੍ਹਣਾ ਉਜਾੜਦੇ ਹੋਏ ਜ਼ੋਰਾਵਰ ਪੰਛੀ ਨੂੰ ਤਾਂ ਤੱਕਿਆ ਹੀ ਹੋਏਗਾ। ਉਸ ਜ਼ੁਲਮ ਦੇ ਵਿਰੁੱਧ ਵਿਚਾਰੇ ਮਾੜਚੂ ਜੇ ਪੰਛੀ ਦੀ ਹਾਲਤ ਵੀ ਜ਼ਰੂਰ ਵੇਖੀ ਹੋਏਗੀ। ਉਸ ਮਾਸੂਮ ਦੀ ਅੰਦਰਲੀ ਵੇਦਨਾ ਨੂੰ ਮਹਿਸੂਸ ਵੀ ਕੀਤਾ ਹੋਏਗਾ। ਅਜਿਹੀ ਹਾਲਤ 'ਚ ਪੀੜਤ ਪੰਛੀ ਹੋਰਨਾਂ ਦੀਆਂ ਖੁਸ਼ੀ ਵਿੱਚ ਕਿੰਨਾ ਕੁ ਸ਼ਾਮਲ ਹੋ ਸਕਦਾ ਹੋਏਗਾ, ਤੁਸੀਂ ਭਲੀ ਭਾਂਤ ਅੰਦਾਜ਼ਾ ਲਾ ਸਕਦੇ ਹੋ। ਇਹਨਾਂ ਦਿਨਾਂ 'ਚ ਅਜਿਹਾ ਸਭ ਕੁਝ ਮੇਰੇ ਨਾਲ ਵਾਪਰਿਆ। ਬੀਤੀ 30 ਮਈ ਤੋਂ ਲੈ ਕੇ 30 ਜੂਨ ਤੱਕ ਮੈਂ ਪੁਲਿਸ ਦੁਆਰਾ ਦਿੱਤੇ ਗਏ ਮਾਨਸਿਕ ਤਸੀਹਿਆਂ ਨੂੰ ਸਹਾਰਦਾ ਰਿਹਾ। ਹੁਣ ਮੈਂ ਉਹਨਾਂ ਦੇ ਗੁੰਡਿਆਂ ਦੁਆਰਾ ਕੀਤੇ ਗਏ ਅਦਾਲਤੀ ਕੇਸ ਦਾ ਸਾਹਮਣਾ ਕਰਨ ਲਈ ਮਜਬੂਰ ਹੋਇਆ ਪਿਆ। ਇੱਥੋਂ ਉੜ ਜਾ ਭੋਲਿਆ ਪੰਛੀ ਅਤੇ ਰਾਲਣਾ ਦੇਣਗੇ ਢਾਕ ਗੀਤ ਦੇ ਸ਼ਾਬਦਿਕ ਅਰਥਾਂ ਦੀ ਸਮਝ ਤਾਂ ਮੈਨੂੰ ਪਹਿਲਾਂ ਹੀ ਸੀ, ਪਰ ਹੁਣ ਇਸ ਗੀਤ ਦੇ ਭਾਵ ਅਰਥ ਵੀ ਸਮਝ ਆਉਣ ਲੱਗ ਪਏ ਆ। ਵਾਕਿਆ ਹੀ ਜ਼ੋਰਾਵਰ ਮਾਸੂਮਾਂ ਦੇ ਆਲ੍ਹਣੇ ਢਾਉਂਦੇ ਹੁੰਦੇ ਹਨ। ਅੱਜ ਕੱਲ੍ਹ ਮੇਰੇ ਦਿਮਾਗ 'ਚ ਨਵੇਂ-ਨਵੇਂ ਵਿਚਾਰ, ਲੇਖ, ਕਹਾਣੀਆਂ ਜਾਂ ਫਿਰ ਆਪਣੇ ਅਧੂਰੇ ਨਾਵਲ ਨੂੰ ਪੂਰਾ ਕਰਨ ਦੇ ਖਿਆਲ ਨਹੀਂ ਆਉਂਦੇ। ਹੁਣ ਤਾਂ ਸੌਂ ਕੇ ਵੀ ਅੱਧ ਸੁੱਤੇ ਹੋਏ ਨੂੰ ਪੁਲਿਸ ਤੇ ਅਦਾਲਤ ਵਿੱਚ ਆਪਣੀ ਹੱਕ ਦੇ ਵਿਰੋਧ 'ਚ ਭੁਗਤਦੇ ਗਵਾਹੀ ਨਜ਼ਰੀ ਪੈਂਦੇ ਆ। ਕਈ ਵਾਰ ਇਹਨਾਂ ਜ਼ਾਲਮਾਂ ਤੋਂ ਹਾਰ ਕੇ ਆਪਣੇ ਆਪ ਨੂੰ ਖਤਮ ਕਰਨ ਦਾ ਵਿਚਾਰ ਵੀ ਮਨ ਤੇ ਹਾਵੀ ਹੋਣ ਲੱਗ ਪੈਂਦਾ ਹੈ। ਮੇਰੇ 'ਚ ਹੋਰ ਕੋਈ ਬਹੁਤਾ ਫਰਕ ਨਹੀਂ ਪਿਆ, ਬਸ ਸਿਰਫ ਗੱਲਬਾਤ ਕਰਦੇ ਦੀ ਜ਼ੁਬਾਨ ਥਥਲਾਉਣ ਲੱਗ ਪਈ ਹੈ। ਕਦੇ-ਕਦੇ ਜ਼ਿਆਦਾ ਪਰੇਸ਼ਾਨੀ ਕਾਰਨ ਹੱਥ ਵੀ ਕੰਬਣ ਲੱਗ ਪੈਂਦੇ ਆ। ਜੂਨ ਦੀਆਂ ਛੁੱਟੀਆਂ ਤੋਂ ਬਾਅਦ ਮੇਰੇ ਸਹਿਕਰਮੀਆਂ ਮੁਤਾਬਕ ਮੇਰੀ ਤੋਰ ਵਿਚਲੀ ਰਵਾਨੀ ਖਤਮ ਹੋ ਗਈ ਹੈ। ਕੁਝ ਦਾ ਆਖਣਾ ਹੈ ਕਿ ਮੇਰੀਆਂ ਅੱਖਾਂ ਦੇ ਘੇਰੇ ਤੇ ਚਿਹਰੇ ਦਾ ਰੰਗ ਵੀ ਕਾਲਾ ਪੈ ਗਿਆ। ਵਾਲ ਕੁਝ ਜ਼ਿਆਦਾ ਚਿੱਟੇ ਹੋ ਗਏ। ਕੁਝ ਕੁ ਨੂੰ ਲੱਗਦਾ ਹੱਸਣ ਖੇਡਣ ਵਾਲਾ ਮੁੰਡਾ ਬਿਲਕੁਲ ਚੁੱਪ-ਚਾਪ ਹੋ ਗਿਆ। ਹੋਰ ਕੋਈ ਬਹੁਤਾ ਫਰਕ ਨਹੀਂ ਪਿਆ, ਬਾਕੀ ਸਭ ਠੀਕ ਠਾਕ ਹੈ। ਅਸਲ 'ਚ ਹੁਣ ਮੈਂ ਕਿਤਾਬਾਂ ਵਿਚਲੇ ਤਰਸ ਦੇ ਪਾਤਰਾਂ ਦੀਆਂ ਕਹਾਣੀਆਂ ਪੜ੍ਹਨ ਜਾਂ ਲਿਖਣ ਦੀ ਬਜਾਏ ਖੁਦ ਇੱਕ ਵਿਚਾਰਾ ਜਿਹਾ ਪਾਤਰ ਬਣ ਚੁੱਕਾ। ਕਿਤਾਬਾਂ 'ਚ ਵਰਣਿਤ ਘਟਨਾਵਾਂ ਵਾਂਗ ਜੇਕਰ ਪੁਲਿਸ ਵਾਲਿਆਂ ਨੂੰ ਮੇਰੇ ਵਿਰੁੱਧ ਮਾੜੀ ਜਿਹੀ ਗਲਤੀ ਵੀ ਲੱਭ ਜਾਂਦੀ, ਉਹਨਾਂ ਨੇ ਮੇਰਾ ਸਭ ਕੁਝ ਉਜਾੜ ਦੇਣਾ ਸੀ। ਪਰ ਜਦ ਉਹਨਾਂ ਨੂੰ ਕੁਝ ਵੀ ਨਾ ਲੱਭਾ, ਉਹਨਾਂ ਨੇ ਆਪਣੇ ਜਰ ਖਰੀਦ ਇੱਕ ਗੁੰਡੇ ਰਾਹੀਂ ਮੇਰੇ ਤੇ ਝੂਠਾ ਅਦਾਲਤੀ ਮੁਕੱਦਮਾ ਠੋਕ ਦਿੱਤਾ ਤਾਂ ਜੋ ਮੈਨੂੰ ਵੱਧ ਤੋਂ ਵੱਧ ਖੱਜਲ ਖੁਆਰ ਕਰ ਸਕਣ। ਅੱਜ ਕੱਲ੍ਹ ਮੈਂ ਇੱਕ ਮਾਨਸਿਕ ਦਵੰਦ ਵਿੱਚੋਂ ਲੰਘ ਰਿਹਾ ਕਿ ਕੀ ਆਪਣੀਆਂ ਲਿਖਤਾਂ ਦੇ ਬਦਲੇ ਮਿਲਦੇ ਮਿਹਨਤਾਨੇ ਨੂੰ ਲੋੜਵੰਦ ਮਰੀਜ਼ਾਂ ਲਈ ਖੂਨ ਦਾ ਪ੍ਰਬੰਧ ਕਰਨ ਵਾਸਤੇ ਖਰਚਣ ਵਾਲਾ ਬੰਦਾ ਕਿਸੇ ਦਾ ਕੋਈ ਨੁਕਸਾਨ ਕਰ ਸਕਦਾ ਹੈ? ਜੇਕਰ ਨਹੀਂ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਸਹੀ ਹਾਂ ਤੇ ਅਦਾਲਤ ਮੈਨੂੰ ਪੂਰਾ ਇਨਸਾਫ ਦੇਵੇਗੀ। ਪਰ ਉਦੋਂ ਤੱਕ ਮਾਨਸਿਕ ਪਰੇਸ਼ਾਨੀ ਝੱਲਣ ਤੇ ਆਪਣੇ ਆਪ ਨੂੰ ਦੋਸ਼ੀ ਸਮਝੇ ਜਾਣ ਦੀ ਹੀਨ ਭਾਵਨਾ 'ਚੋਂ ਮੈਨੂੰ ਕੌਣ ਬਰੀ ਕਰੇਗਾ? ਮੈਂ ਤੁਹਾਨੂੰ ਇਹ ਪੱਤਰ ਇਸ ਲਈ ਨਹੀਂ ਲਿਖਿਆ ਕਿ ਤੁਸੀਂ ਦੂਜੀ ਧਿਰ ਦਾ ਪੱਖ ਜਾਣੇ ਬਗੈਰ ਮੇਰੇ ਹੱਕ 'ਚ ਖੜੇ ਹੋਵੋ। ਮੈਂ ਤਾਂ ਕੇਵਲ ਇਹ ਚਾਹੁੰਦਾ ਕਿ ਆਪਣੇ ਅਖਬਾਰ 'ਚ ਰੋਜ਼ਾਨਾ ਨਹੀਂ ਤਾਂ ਹਫ਼ਤਾਵਾਰ ਇੱਕ ਅਜਿਹਾ ਕਾਲਮ ਹੋਣਾ ਚਾਹੀਦਾ ਜੋ ਪੁਲਿਸ ਦੀ ਧੱਕੇਸ਼ਾਹੀ ਦੇ ਵਿਰੁੱਧ ਤੇ ਮਜ਼ਲੂਮਾਂ ਦੇ ਹੱਕ 'ਚ ਆਵਾਜ਼ ਉਠਾਉਣ ਲਈ ਹੋਵੇ। ਇਹ ਅਜਿਹਾ ਕਾਲਮ ਹੋਣਾ ਚਾਹੀਦਾ ਜੋ ਲੋਕਲ ਪੱਤਰਕਾਰਾਂ ਦੀ ਬਜਾਏ ਸਿੱਧਾ ਤੁਹਾਡੀ ਦੇਖ ਰੇਖ 'ਚ ਹੋਵੇ। ਮੇਰੇ ਨਾਲ ਤਾਂ ਚਲੋ ਕਈ ਲੋਕ ਪੱਖੀ ਜਥੇਬੰਦੀਆਂ ਖੜੀਆਂ ਹੋਈਆਂ, ਪਰ ਆਮ ਲੋਕਾਂ ਦਾ ਕੀ ਬਣਦਾ ਹੋਏਗਾ? ਇਸ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਹੀ ਨਹੀਂ ਸਗੋਂ ਅਸੰਭਵ ਵੀ ਹੈ। ਮੇਰਾ ਇਹ ਨਿੱਜੀ ਤਜਰਬਾ ਹੈ ਕਿ ਬਹੁਤੇ ਸਥਾਨਕ ਪੱਤਰਕਾਰ ਪੀੜਤ ਧਿਰ ਦੀ ਖਬਰ ਲਾਉਣ ਤੋਂ ਪਹਿਲਾਂ ਪੁਲਿਸ ਵਾਲਿਆਂ ਤੋਂ ਨਿਰੋਲ ਜਾਣਕਾਰੀ ਲੈਣ ਦੀ ਥਾਂ ਆਗਿਆ ਮੰਗਦੇ ਆ। ਇਸ ਲਈ ਮੈਂ ਆਪ ਜੀ ਨੂੰ ਪੁਰਜ਼ੋਰ ਬੇਨਤੀ ਕਰਦਾ ਕਿ ਛੇਤੀ ਤੋਂ ਛੇਤੀ ਪੁਲਿਸ ਵਿਭਾਗ ਵੱਲੋਂ ਕੀਤੇ ਜਾਂਦੇ ਅਣਮਨੁੱਖੀ ਕਾਰਿਆਂ ਦੇ ਵਿਰੁੱਧ ਸ਼ਿਕਾਇਤਾਂ ਵਾਲਾ ਇੱਕ ਕਾਲਮ ਸ਼ੁਰੂ ਕਰੋ ਤਾਂ ਜੋ ਇਹਨਾਂ ਜ਼ਾਲਮਾਂ ਤੋਂ ਆਮ ਜਨਤਾ ਨੂੰ ਕੋਈ ਨਾ ਕੋਈ ਰਾਹਤ ਮਿਲ ਸਕੇ।
ਮੈਂ ਦੁਬਾਰਾ ਆਪ ਜੀ ਨੂੰ ਬੇਨਤੀ ਕਰਦਾ ਕਿ ਅਜਿਹਾ ਕਾਲਮ ਜ਼ਰੂਰ ਹੀ ਸ਼ੁਰੂ ਹੋਣਾ ਚਾਹੀਦਾ ਤਾਂ ਜੋ ਇੱਕ ਗਰੀਬ ਤੇ ਪ੍ਰਸ਼ਾਸਨ ਦੁਆਰਾ ਬੁਰੀ ਤਰ੍ਹਾਂ ਨਿਪੀੜੇ ਗਏ ਬੰਦੇ ਦੀ ਆਵਾਜ਼ ਨੂੰ ਸਾਡਾ ਇਹ ਅੰਨਾ ਤੇ ਬੋਲਾ ਪ੍ਰਸ਼ਾਸਨ ਸੁਣ ਸਕੇ। ਮੈਨੂੰ ਉਮੀਦ ਹੀ ਨਹੀਂ, ਪੂਰਾ ਯਕੀਨ ਹੈ ਕਿ ਤੁਸੀਂ ਮੇਰੀ ਇਸ ਸਲਾਹ ਤੇ ਪੂਰੀ ਗੌਰ ਕਰੋਗੇ। ਤੁਹਾਡੇ ਬੱਚਿਆਂ ਵਰਗਾ ਆਪ ਜੀ ਦਾ ਸ਼ੁਭ ਚਿੰਤਕ ਕ੍ਰਿਸ਼ਨ ਪ੍ਰਤਾਪ। ਇਹ ਪੱਤਰ ਸੰਪਾਦਕ ਨੂੰ ਭੇਜ ਕੇ ਮੈਨੂੰ ਆਪਣੇ ਮਨ ਤੇ ਪਿਆ ਹੋਇਆ ਭਾਰੀ ਬੋਝ ਕੁਝ ਘੱਟ ਮਹਿਸੂਸ ਹੋਣ ਲੱਗ ਪਿਆ। ਮੈਨੂੰ ਪੂਰਾ ਯਕੀਨ ਸੀ ਕਿ ਉਹ ਅਖਬਾਰ ਸਮੂਹ ਅਜਿਹਾ ਕਾਲਮ ਜ਼ਰੂਰ ਸ਼ੁਰੂ ਕਰੇਗਾ। ਇਸ ਕਾਲਮ ਦੇ ਸ਼ੁਰੂ ਹੋਣ ਨਾਲ ਮੈਨੂੰ ਤਾਂ ਨਹੀਂ, ਘੱਟੋ ਘੱਟ ਕਿਸੇ ਹੋਰ ਮਜ਼ਲੂਮ ਨੂੰ ਤਾਂ ਇਨਸਾਫ ਮਿਲ ਸਕੇਗਾ। ਅੰਗ 15। 3 ਦਿਨਾਂ ਦੀ ਇਸ ਭੱਜ ਦੌੜ ਤੇ ਉੱਪਰੋਂ ਪੁਲਿਸ ਵਿਭਾਗ ਦੁਆਰਾ ਭੇਜੇ ਗਏ ਇਸ ਜਵਾਬ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਮੈਨੂੰ ਸਿਰਫ ਤੇ ਸਿਰਫ ਇੱਕ ਹੀ ਆਸ ਸੀ ਕਿ ਜਦ ਅਖਬਾਰ 'ਚ ਮਜ਼ਲੂਮਾਂ ਨਾਲ ਹੁੰਦੇ ਧੱਕੇਸ਼ਾਹੀ ਸੰਬੰਧੀ ਕਾਲਮ ਛਪਣੇ ਸ਼ੁਰੂ ਹੋ ਗਏ ਤਾਂ ਆਮ ਲੋਕਾਂ ਤੇ ਹੁੰਦੇ ਜ਼ੁਲਮ ਬੰਦ ਤਾਂ ਨਹੀਂ, ਥੋੜੇ ਬਹੁਤੇ ਘੱਟ ਜ਼ਰੂਰ ਜਾਣਗੇ। ਉਸ ਰਾਤ ਵੀ ਮੈਨੂੰ ਨੀਂਦ ਨਹੀਂ ਸੀ ਆਈ। ਬਾਬਾ ਬੋਲਣ ਤੋਂ ਪਹਿਲਾਂ ਹੀ ਮੈਂ ਉੱਠ ਖੜਾ ਸੀ। ਮੈਨੂੰ 3 ਦਿਨ ਬਾਅਦ ਸਕੂਲ ਜਾ ਕੇ ਨੀਂਦਰੀਆਂ ਅੱਖਾਂ ਨਾਲ ਮਖੌਲਾਂ ਤੇ ਚੁੱਭਵੀਆਂ ਗੱਲਾਂ ਦਾ ਸਾਹਮਣਾ ਵੀ ਕਰਨਾ ਪੈਣਾ ਸੀ। ਮੈਂ ਚਾਹੁੰਦਾ ਸੀ ਕਿਸੇ ਨੂੰ ਵੀ ਪਤਾ ਨਾ ਲੱਗੇ ਕਿ ਮੈਂ ਪਿਛਲੇ 3 ਦਿਨ ਇਸ ਤਰ੍ਹਾਂ ਧੱਕੇ ਖਾਂਦਾ ਫਿਰਦਾ ਰਿਹਾ ਸੀ ਤੇ ਬਣਿਆ ਵੀ ਕੁਝ ਨਹੀਂ। ਸਕੂਲ ਵੜਦੇ ਸਾਰ ਸਾਰੇ ਸਹਿਕਰਮੀ ਮੈਨੂੰ 3 ਦਿਨ ਸਕੂਲ ਨਾ ਆਉਣ ਬਾਰੇ ਪੁੱਛਣ ਲੱਗ ਪਏ। ਮੈਂ ਝੂਠ ਆਖਣ ਲੱਗ ਪਿਆ। ਅਮਰੀਕਾ ਤੋਂ ਮਾਸੀ ਦਾ ਮੁੰਡਾ ਆਇਆ ਹੋਇਆ, ਜਿੱਦ ਪੈ ਗਿਆ ਸਾਰੀਆਂ ਰਿਸ਼ਤੇਦਾਰੀਆਂ 'ਚ ਮਿਲ ਕੇ ਆਉਣਾ। ਅੱਜ ਵੀ ਮਸਾਂ ਹੀ ਉਹਦੇ ਕੋਲੋਂ ਪਿੱਛਾ ਛੁਡਾ ਕੇ ਆਇਆ। ਉਹ ਤਾਂ ਅਜੇ ਵੀ ਕਹਿੰਦਾ ਸੀ ਅੱਜ ਵੀ ਚੱਲ। ਮੈਂ ਬਹਾਨਾ ਲਾਤਾ ਵੀ ਸਾਡੇ ਸਕੂਲ ਦੀ ਚੈਕਿੰਗ ਹੋਣੀ ਹੈ, ਇਸ ਲਈ ਮੈਂ ਛੁੱਟੀ ਨਹੀਂ ਲੈ ਸਕਦਾ। ਆਹੋ, ਇਹੋ ਜਿਹੀ ਗਰਮੀ 'ਚ ਹੀ ਆਏਗਾ ਅਗਲਾ ਅਮਰੀਕਾ ਨੂੰ ਛੱਡ ਕੇ। ਉਹਨੂੰ ਬਾਹਲਾ ਹੀ ਮੋਹ ਜਾਗ ਪਿਆ ਲੱਗਦਾ ਇਹਦੇ ਤੇ ਇਹਦੇ ਰਿਸ਼ਤੇਦਾਰਾਂ ਨਾਲ। ਇਹ ਤਾਂ ਇਹਦੇ ਬਗੈਰ ਰਹਿੰਦਾ ਹੀ ਨਹੀਂ ਹੋਣਾ। ਸਾਡਾ ਕਲਰਕ ਪਰਮਿੰਦਰ ਖਹਿਰਾ ਉੱਚੀ ਉੱਚੀ ਹੱਸ ਕੇ ਆਖਣ ਲੱਗ ਪਿਆ ਤੇ ਆਤਨ ਤਵੇ ਤੇ ਸੂਈ ਰੱਖੀ ਉਹ ਫੇਰ ਬੋਲਿਆ, ਸਿੱਧਾ ਕਿਉਂ ਨਹੀਂ ਕਹਿੰਦਾ? ਪੁਲਿਸ ਵਾਲੇ ਮਸੇਰਾ ਨੇ ਨਹੀਂ ਆਉਣ ਦਿੱਤਾ। ਉਹ ਤਾਂ ਜ਼ਿਆਦਾ ਹੀ ਉਧਰੇ ਪਏ ਸੀ, ਤੈਨੂੰ ਮਿਲਿਆਂ ਨੂੰ ਦੇਰ ਹੋ ਗਈ। 2 ਦਿਨ ਕੱਟ ਕੇ ਜਾਈ। ਪ੍ਰੇਮ ਪੱਤਰ ਪਾਉਂਦਾ ਰਹਿੰਦਾ ਸੀ ਨਾ ਉਹਨਾਂ ਦੇ ਵਿਰੁੱਧ, ਉਹ ਤਾਂ ਸੱਦਣ ਗਈ। ਆ ਜਾ ਸੱਜਣਾ, ਮਿਲ ਜਾ ਸੱਜਣਾ, ਬਹਿ ਜਾ ਸੱਜਣਾ। ਤਾਂ ਹੀ ਨਹੀਂ ਆਇਆ 3 ਦਿਨ ਮਾਸੀ ਦੇ ਮੁੰਡਿਆਂ ਕੋਲੋਂ। ਉਹ ਮੇਰੀ ਸੱਚਾਈ ਇੰਨੇ ਵਿਸ਼ਵਾਸ ਨਾਲ ਸਭ ਦੇ ਸਾਹਮਣੇ ਪੇਸ਼ ਕਰੀ ਜਾ ਰਿਹਾ ਸੀ ਕਿ ਮੈਨੂੰ ਕੁਝ ਵੀ ਸੁੱਝ ਨਹੀਂ ਸੀ ਰਿਹਾ। ਮੈਂ ਹੀ ਕਰਦਾ ਗੱਲ ਟਾਲਣ ਦੀ ਯਤਨ ਕਰ ਰਿਹਾ ਸੀ। ਮੈਨੂੰ ਲੱਗਾ ਮੇਰੀ ਇਸ ਚੋਰੀ ਦੇ ਫੜੇ ਜਾਣ ਕਾਰਨ ਸਭ ਮੇਰਾ ਮਜ਼ਾਕ ਉਡਾਉਣਗੇ, ਪਰ ਸਭ ਚੁੱਪ ਚੁਪੀਤੇ ਹੌਲੀ ਹੌਲੀ ਦਫ਼ਤਰ 'ਚੋਂ ਖਿਸਕ ਗਏ। ਉਹਨਾਂ ਦੀ ਇਸ ਗੰਭੀਰ ਮੁਦਰਾ ਤੋਂ ਮੈਂ ਅੰਦਾਜ਼ਾ ਲਾ ਰਿਹਾ ਸੀ ਕਿ ਸਾਰਿਆਂ ਨੂੰ ਸਭ ਕੁਝ ਪਤਾ ਹੈ ਤੇ ਮੇਰੇ ਝੂਠ ਬੋਲਣ ਦਾ ਕੋਈ ਵੀ ਫਾਇਦਾ ਨਹੀਂ ਹੈ। ਸ਼ਾਇਦ ਉਹਨਾਂ ਦਾ ਮੇਰੇ ਪ੍ਰਤੀ ਇਹ ਸਤਿਕਾਰ ਤੇ ਆਦਰ ਹੀ ਸੀ ਜਿਹੜਾ ਮੇਰੇ ਹੋ ਰਹੇ ਅਨਾਦਰ ਵਾਲੀ ਗੱਲਬਾਤ 'ਚ ਵੀ ਸ਼ਾਮਲ ਹੋ ਕੇ ਕੋਈ ਚੋਭ ਲਾਉਣ ਦੀ ਬਜਾਏ ਆਪੋ ਆਪਣੇ ਕੰਮੀ ਧੰਦੀ ਲੱਗ ਗਏ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਅਗਲੀ ਵਾਰ ਮੈਂ ਆਪਣੇ ਸਹਿਕਰਮੀਆਂ ਨੂੰ ਮਿਲਣ ਤੇ ਮਾਸੀ ਦੇ ਮੁੰਡੇ ਵਾਲੀ ਮਨਘੜਤ ਕਹਾਣੀ ਸੁਣਾਵਾਂ ਕਿ ਐਸਪੀ ਦੁਆਰਾ ਸਾਡੀ ਕੀਤੀ ਗਈ ਬੇਪਤੀ ਵਾਲੀ ਸੱਚੀ ਗੱਲ। ਫਿਰ ਦਿਮਾਗ 'ਚ ਆਉਂਦਾ ਕਿ ਇਹਨਾਂ ਨੂੰ ਦੱਸ ਹੀ ਦੇਵਾਂ ਕਿ ਸਰਕਾਰ ਨੇ ਕਿਹੋ ਜਿਹੀਆਂ ਚਵਲ ਕੁੱਤੀਆਂ ਮੰਡਿਆਂ ਦੀ ਰਾਖੀ ਬਿਠਾਈਆਂ ਹੋਈਆਂ ਨੇ। ਫਿਰ ਮੈਂ ਚੁੱਪ ਰਹਿਣ ਵਿੱਚ ਹੀ ਆਪਣੀ ਭਲਾਈ ਸਮਝੀ। ਮੇਰੇ ਕੁਝ ਸਾਥੀ ਝਕਦੇ ਝਕਾਉਂਦੇ ਪਿਛਲੇ ਦਿਨਾਂ ਦਾ ਹਾਲ ਪੁੱਛਦਾ ਰਹੇ ਸੀ, ਪਰ ਮੇਰੇ ਜ਼ਖਮਾਂ ਨੂੰ ਨਾ ਉਚੇੜਨ ਦੇ ਮਾਰੇ ਮੇਰੀ ਅੱਧੀ ਕੁ ਗੱਲ ਸੁਣ ਚੁੱਪ ਹੋ ਕੇ ਗੱਲ ਨੂੰ ਟਾਲ ਜਾਂਦੇ। ਮੈਨੂੰ ਮਹਿਸੂਸ ਹੋ ਗਿਆ ਕਿ ਇਹਨਾਂ ਨੇ ਦੂਜਿਆਂ ਤੋਂ ਮੇਰੀ ਰਾਮ ਕਹਾਣੀ ਸੁਣ ਲਈ ਸੀ ਤਾਂ ਹੀ ਚੁੱਪ ਹੋ ਕੇ ਗੱਲ ਨੂੰ ਹੋਰ ਪਾਸੇ ਪਾ ਦਿੰਦੇ ਆ। ਮੈਂ ਘੰਟੀਆਂ ਅਨੁਸਾਰ ਜਮਾਤਾਂ 'ਚ ਜਾਂਦਾ ਰਿਹਾ, ਪਰ ਵਿਦਿਆਰਥੀਆਂ ਨੂੰ ਪੜ੍ਹਾਉਣ 'ਚ ਮੇਰਾ ਮਨ ਨਹੀਂ ਸੀ ਲੱਗ ਰਿਹਾ। ਜਦ ਵੀ ਮੈਂ 2 ਸਹਿਕਰਮੀਆਂ ਨੂੰ ਇਕੱਠੇ ਹੋਏ ਵੇਖਦਾ ਜਾਂ ਫਿਰ ਵਿਦਿਆਰਥੀਆਂ ਨੂੰ ਹੱਸਦੇ ਤੱਕ ਲੈਂਦਾ, ਮੈਨੂੰ ਮਹਿਸੂਸ ਹੋਣ ਲੱਗਦਾ ਮੇਰੀ ਗੱਲ ਕਰ ਰਹੇ ਆ ਜਾਂ ਫਿਰ ਮੇਰੇ ਤੇ ਹੱਸ ਰਹੇ ਆ। ਉਹ ਸਾਰਾ ਦਿਨ ਮੈਂ ਪਲ ਪਲ ਕਰਕੇ ਮਸਾਂ ਲੰਘਾਇਆ। ਘਰ ਆ ਕੇ ਵੀ ਮੈਂ ਕਿਸੇ ਨਾਲ ਨਾ ਤਾਂ ਚੱਜ ਨਾਲ ਬੋਲਿਆ, ਨਾ ਹੀ ਕਿਸੇ ਨਾਲ ਬਹੁਤੀ ਗੱਲ ਕੀਤੀ। ਆਉਂਦਿਆਂ ਸਾਰ ਕੂਲਰ ਚਲਾ ਕੇ ਮੈਂ ਸੌਣ ਦਾ ਨਾਟਕ ਕਰਕੇ ਲੰਬਾ ਪੈ ਗਿਆ। ਮੈਨੂੰ ਇੰਜ ਨਿਢਾਲ ਪਏ ਨੂੰ ਵੇਖ ਕੇ ਸਾਰੇ ਘਰ ਦੇ ਫਿਕਰਮੰਦ ਹੋ ਗਏ। ਸੌਣ ਦਾ ਨਾਟਕ ਕਰਦਾ ਹੋਇਆ ਮੈਂ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ। ਬਾਲਾ ਹੀ ਥੱਕੇ ਪਏ ਨੇ। ਇੰਨੇ ਦਿਨ ਹੋ ਗਏ ਨੇ ਦਫ਼ਤਰਾਂ ਦੇ ਚੱਕਰ ਕੱਢਦਿਆਂ ਨੂੰ। ਸੌਂ ਲੈਣ ਦਿਓ, ਰੌਲਾ ਨਾ ਪਾਇਓ ਕੋਈ ਵੀ। ਮਸਾਂ ਕਿਤੇ ਅੱਖ ਲੱਗੀ ਹੈ। ਅਮਿਤਾ ਮੇਰੀ ਮਾਂ ਨਾਲ ਗੱਲਾਂ ਕਰਦੀ ਕਰਦੀ ਬੇਟੀਆਂ ਨੂੰ ਧੀਮੇ ਬੋਲੀ ਸਮਝਾ ਰਹੀ ਸੀ। ਮੈਨੂੰ ਤਾਂ ਲੱਗਦਾ ਸਕੂਲ 'ਚ ਕਿਸੇ ਨੇ ਕੁਝ ਆਖ ਦਿੱਤਾ ਹੋਣਾ, ਤਾਂ ਹੀ ਅੱਜ ਉਦਾਸਾ ਜਿਹਾ ਕਿਸੇ ਨਾਲ ਬੋਲਿਆ ਨਹੀਂ। ਚੁੱਪ ਕਰਕੇ ਕੁੜੀਆਂ ਨੂੰ ਸੁਆ ਦੇ, ਐਵੇਂ ਜਗਾਈ ਨਾ ਦੇਣ ਵਿਚਾਰੇ ਨੂੰ। ਮਸਾਂ ਤਾਂ ਝੱਟ ਚੈਨ ਨਾਲ ਸੁੱਤਾ। ਮੇਰੀ ਮਾਂ ਅਮਤਾ ਨੂੰ ਆਖਣ ਲੱਗ ਪਈ ਸੀ। ਉਹ ਚਾਰੇ ਜਣੀਆਂ ਹੌਲੀ ਜਿਹੀ ਕਮਰੇ 'ਚੋਂ ਬਾਹਰ ਚਲੀਆਂ ਗਈਆਂ। ਜਾਣ ਵੇਲੇ ਉਹ ਦਰਵਾਜ਼ੇ ਨੂੰ ਢੋ ਗਈਆਂ ਸੀ। ਮੈਨੂੰ ਨੀਂਦ ਕਿੱਥੇ ਆਉਣੀ ਸੀ, ਉਹ ਵੀ ਦੁਪਹਿਰ ਵੇਲੇ। ਪਿਆ ਮੈਂ ਕਦੇ ਐਸਪੀ, ਕਦੇ ਡੀਐਸਪੀ, ਕਦੇ ਆਪਣੇ ਸਾਥੀਆਂ ਦੇ ਵਿਹਾਰ ਬਾਰੇ ਤੇ ਕਦੇ ਪਤਨੀ ਤੇ ਮਾਂ ਵੱਲੋਂ ਹੁਣੇ ਆਪਸ 'ਚ ਕੀਤੀਆਂ ਗੱਲਾਂ ਬਾਰੇ ਸੋਚੀ ਜਾ ਰਿਹਾ ਸੀ।
ਅੰਤ ਸਿੱਟਾ ਹੀ ਨਿਕਲਦਾ ਸੀ ਕਿ ਬਾਕੀ ਸਭ ਨਾਲੋਂ ਜ਼ਿਆਦਾ ਮੇਰੀ ਮਾਂ ਹੀ ਮੇਰੀ ਮਾਨਸਿਕ ਹਾਲਤ ਨੂੰ ਸਮਝਦੀ ਹੈ। ਇਸ ਲਈ ਨਹੀਂ ਸੀ ਕਿ ਮੇਰੀ ਮਾਂ ਸੀ, ਸਿਰਫ ਇਸ ਲਈ ਸੀ ਕਿ ਉਹ ਇੱਕ ਮਾਂ ਸੀ। ਅੰਗ 16ਵਾਂ। ਅਦਾਲਤ ਦੀ ਅਗਲੀ ਤਰੀਕ ਨੇੜੇ ਆ ਰਹੀ ਸੀ। ਮੇਰਾ ਜਾਣਾ ਬਣਦਾ ਸੀ, ਜ਼ਰੂਰੀ ਵੀ ਸੀ। ਉਧਰ ਮੈਨੂੰ ਆਪਣੀਆਂ ਘਟ ਰਹੀਆਂ ਛੁੱਟੀਆਂ ਦੀ ਵੀ ਚਿੰਤਾ ਲੱਗੀ ਹੋਈ ਸੀ। ਇੱਕ ਖਲਜਗਨ ਪਤਾ ਨਹੀਂ ਕਿੰਨਾ ਕੁ ਚਿਰ ਅਜੇ ਹੋਰ ਗਲ ਪਿਆ ਰਹਿਣਾ ਸੀ ਤੇ ਸਾਰੇ ਮਾਮਲਿਆਂ ਵਿੱਚ ਕਿਤੇ ਮੁਦਈ ਕਿਤੇ ਮੁਦਾਇਲਾ ਹੋਣ ਕਰਕੇ ਸਾਰਾ ਸਮਾਂ ਮੇਰਾ ਉੱਥੇ ਹਾਜ਼ਰ ਰਹਿਣਾ ਜ਼ਰੂਰੀ ਬਣਦਾ ਸੀ। ਘਟ ਰਹੀਆਂ ਛੁੱਟੀਆਂ ਤੋਂ ਚਿੰਤਿਤ ਹੋ ਕੇ ਮੈਨੂੰ ਇੱਕ ਤਰਕੀਬ ਸੁੱਝੀ ਕਿ ਅਦਾਲਤ ਦੀ ਤਰੀਕ ਵਾਲੇ ਦਿਨ ਮੈਂ ਅੱਧੇ ਦਿਨ ਦੀ ਛੁੱਟੀ ਕਿਉਂ ਨਾ ਲੈ ਲਿਆ ਕਰਾਂ। ਮੈਂ ਵਕੀਲ ਨਾਲ ਇਸ ਸੰਬੰਧੀ ਗੱਲ ਕਰ ਲਈ ਕਿ ਜੇ ਜ਼ਿਆਦਾ ਹੀ ਜ਼ਰੂਰੀ ਤੇ ਮਜਬੂਰੀ ਹੋਵੇ ਤਾਂ ਮੈਨੂੰ ਫੋਨ ਕਰ ਦੇ, ਮੈਂ ਤੁਰੰਤ ਛੁੱਟੀ ਲੈ ਕੇ ਪਹੁੰਚ ਜਾਵਾਂਗਾ। ਅਗਲੀ ਤਰੀਕ ਵਾਲੇ ਦਿਨ ਮੈਂ ਬੁਝੇ ਜੇ ਮਨ ਨਾਲ ਰੋਟੀ ਵਾਲਾ ਡੱਬਾ ਚੁੱਕ ਕੇ ਸਕੂਲ ਨੂੰ ਤੁਰ ਪਿਆ। ਮੇਰਾ ਸਾਰਾ ਧਿਆਨ ਅਦਾਲਤ ਵੱਲ ਲੱਗਾ ਸੀ ਤੇ ਮੈਂ ਵਕੀਲ ਤੇ ਮੁਨਸ਼ੀ ਤੋਂ ਫੋਨ ਰਾਹੀਂ ਪਤਾ ਕਰ ਲਿਆ ਕਿ ਉਸ ਦਿਨ ਵੀ ਮੁਕੱਦਮਿਆਂ ਦੀ ਸੂਚੀ ਦੇ ਹਿਸਾਬ ਨਾਲ ਸਾਡੀ ਸੁਣਵਾਈ ਦਾ ਨੰਬਰ ਦੁਪਹਿਰ ਤੋਂ ਬਾਅਦ ਹੀ ਆਉਣਾ ਸੀ। ਮਸਾਂ ਕਿਤੇ ਜਾ ਕੇ ਅੱਧੀ ਛੁੱਟੀ ਦਾ ਸਮਾਂ ਹੋਇਆ ਤੇ ਮੈਂ ਮੋਟਰਸਾਈਕਲ ਤੇ ਕਚਹਿਰੀ ਵੱਲ ਨੂੰ ਭੱਜ ਤੁਰਿਆ। ਦੁਪਹਿਰ ਤੋਂ ਬਾਅਦ ਜਦ ਅਸੀਂ ਅਦਾਲਤ ਦੇ ਕਟਹਿਰੇ 'ਚ ਜੱਜ ਕੋਲ ਪੁੱਜ ਗਏ ਤਾਂ ਜੱਜ ਨੇ ਸਾਨੂੰ ਵੇਖਦਿਆਂ ਹੀ ਆਪਣੇ ਕੋਲ ਪਏ ਫੱਟੇ ਤੇ ਚਿਪਕਾਏ ਕਾਗਜ਼ ਤੇ ਨਿਗਾਹ ਮਾਰੀ ਤੇ ਉਹਨੇ ਪੋਲੇ ਜਿਹੇ ਮੂੰਹ ਨਾਲ ਆਖਤਾ, ਸ਼ਰਮਾ ਜੀ ਤੁਸੀਂ ਅਗਲੇ ਮਹੀਨੇ ਦੀ 7 ਤਰੀਕ ਨੂੰ ਆਇਓ। ਧੰਨਵਾਦ ਸਰ, ਕਹਿ ਕੇ ਵਕੀਲ ਨੇ ਉੱਥੇ ਖੜੇ ਖੜੇ ਮੇਰੇ ਵਾਲੇ ਲਿਫਾਫੇ ਦੇ ਬਾਹਰ ਤਰੀਕ ਲਿਖ ਲਈ। ਮੈਂ ਨਿਰਾਸ਼ ਹੋਇਆ ਵਕੀਲ ਦੇ ਪਿੱਛੇ ਪਿੱਛੇ ਅਦਾਲਤ ਦੇ ਕਮਰੇ 'ਚੋਂ ਬਾਹਰ ਆ ਗਿਆ। ਤਾਰੀਖ ਪੇ ਤਾਰੀਖ ਵਾਲੇ ਬੋਲ ਜੋ ਕਿ ਅਦਾਕਾਰ ਸਨੀ ਦਿਓਲ ਨੇ ਦਾਮਿਨੀ ਫਿਲਮ 'ਚ ਆਖੇ ਸੀ, ਹੁਣ ਇੱਕ ਮਸ਼ਹੂਰੀ ਵਿੱਚ ਟੀਵੀ ਤੇ ਦਿਨ 'ਚ ਕਈ ਵਾਰ ਚੱਲਦੇ ਰਹਿੰਦੇ ਆ, ਮੈਨੂੰ ਯਾਦ ਆਉਣ ਲੱਗ ਪਏ। ਮਨ ਨੇ ਸੋਚਿਆ ਕਿ ਉਸ ਫਿਲਮ ਦੇ ਬੋਲ ਕਿੰਨੇ ਸੱਚੇ ਹਨ ਕਿ ਇਹਨਾਂ ਦੀ ਸੱਚਾਈ ਕਾਰਨ ਹੀ ਇਹਨਾਂ ਨੂੰ ਇੱਕ ਕੰਪਨੀ ਨੇ ਆਪਣੇ ਮਾਲ ਦੀ ਮਸ਼ਹੂਰੀ ਕਰਨ ਲਈ ਅਪਣਾ ਲਿਆ ਹੈ। ਵਕੀਲ ਨੇ ਇੱਕ ਹੋਰ ਤਾਰੀਖ ਭੁਗਤ ਕੇ ਆਉਣੀ ਸੀ ਤੇ ਮੈਂ ਚੈਂਬਰ 'ਚ ਨਿਢਾਲ ਜਿਹਾ ਬੈਠਾ ਰਿਹਾ। ਮੇਰੇ ਮਨ 'ਚ ਆਉਣ ਲੱਗਾ ਕਿ ਸ਼ਾਇਦ ਗੁਰਨੇਕ ਹੋਰਾਂ ਨੇ ਮੈਨੂੰ ਡਰਾਉਣ ਲਈ ਇਹ ਮੁਕੱਦਮਾ ਦਾਇਰ ਕੀਤਾ ਹੈ। ਉਹ ਆਪ ਝੂਠਾ ਹੋਣ ਕਾਰਨ ਅਦਾਲਤ 'ਚ ਨਹੀਂ ਆਏਗਾ ਤੇ ਅਗਲੀਆਂ 1-2 ਤਰੀਕਾਂ ਹੋਰ ਪੈਣ ਤੋਂ ਬਾਅਦ ਇਹ ਕੇਸ ਆਪਣੇ ਆਪ ਹੀ ਖਾਰਜ ਹੋ ਜਾਏਗਾ। ਜਦੋਂ ਘਰ ਦੇ ਸਾਰੇ ਜੀਆਂ ਨੂੰ ਪਤਾ ਲੱਗਾ ਕਿ ਬਿਨਾਂ ਕੁਝ ਹੋਏ ਪਹਿਲੀਆਂ ਤਰੀਕਾਂ ਵਾਂਗ ਐਤਕੀ ਵੀ ਤਰੀਕ ਅੱਗੇ ਪੈ ਗਈ, ਉਹਨਾਂ ਦਾ ਨਿਰਾਸ਼ ਹੋਣਾ ਸੁਭਾਵਿਕ ਹੀ ਸੀ। ਉਹ ਮੈਨੂੰ ਸੁਝਾਅ ਵੀ ਦੇਣ ਲੱਗੇ, ਤੂੰ ਜੱਜ ਨੂੰ ਕਹਿ ਦੇਣਾ ਸੀ ਵੀ ਅਸਲੀ ਚੋਰ ਤਾਂ ਗੁਰਨੇਕ ਆ, ਮਾਂ ਬੋਲੀ ਸੀ। ਅਸ਼ੋਕ ਨੂੰ ਆਖਣਾ ਸੀ ਅਦਾਲਤ 'ਚੋਂ ਸਾਰਾ ਕੁਝ ਦੱਸ ਦੇਵੇ, ਪਿਤਾ ਜੀ ਨੇ ਕਿਹਾ। ਪੁਲਿਸ ਦੇ ਧੱਕੇ ਵਾਲੀ ਗੱਲ ਤਾਂ ਦੱਸਣੀ ਬਣਦੀ ਸੀ, ਉਹ ਚੱਜ ਨਾਲ ਕਿਉਂ ਨਹੀਂ ਦੱਸਦੇ, ਅਮਿਤਾ ਦੀ ਰਾਏ ਸੀ। ਮੈਂ ਹੂੰ ਹਾਂ ਤਾਂ ਕਰਤੀ, ਪਰ ਉਂਝ ਮੈਂ ਸਮਝ ਗਿਆ ਕਿ ਜਿਸ ਤਰ੍ਹਾਂ ਆਮ ਲੋਕ ਸੋਚਦੇ ਨੇ ਉਸ ਤਰ੍ਹਾਂ ਦਾ ਕੁਝ ਵੀ ਅਦਾਲਤ 'ਚ ਨਹੀਂ ਵਾਪਰਦਾ। ਉਸ ਦਿਨ ਤੋਂ 1.5-2 ਮਹੀਨੇ ਪਹਿਲਾਂ ਤੱਕ ਮੈਂ ਵੀ ਅਜਿਹਾ ਹੀ ਸੋਚਦਾ ਸੀ, ਪਰ ਹੁਣ ਮੈਨੂੰ ਅਦਾਲਤਾਂ ਵਾਲੇ ਇਸ ਕੰਜਰ ਕਿੱਤੇ ਦੀ ਕੁਝ ਸਮਝ ਆਉਣੀ ਸ਼ੁਰੂ ਹੋ ਗਈ ਸੀ। ਤਰ੍ਹਾਂ ਦੀਆਂ ਗੱਲਾਂ ਸੁਣ ਤੇ ਸੋਚ ਕੇ ਮੇਰਾ ਮਨ ਬਹੁਤ ਖਰਾਬ ਹੁੰਦਾ ਸੀ, ਪਰ ਕੀਤਾ ਕੀ ਜਾ ਸਕਦਾ ਸੀ। ਅੱਕ ਕੇ ਮੈਂ ਅਖਬਾਰ ਦੇ ਸੰਪਾਦਕ ਨੂੰ ਫੋਨ ਮਿਲਾ ਲਿਆ। ਰਸਮੀ ਗੱਲਬਾਤ ਤੋਂ ਬਾਅਦ ਆਪਣੇ ਦੁਆਰਾ ਸੁਝਾਏ ਗਏ ਮਜ਼ਲੂਮਾਂ ਵਾਲੇ ਕਾਲਮ ਨੂੰ ਸ਼ੁਰੂ ਕਰਨ ਬਾਰੇ ਗੱਲ ਤੋਰ ਲਈ। ਉਹਨੇ ਮੇਰੀ ਆਵਾਜ਼ ਪਛਾਣ ਲਈ ਸੀ ਤੇ ਮੇਰੇ ਨਾਲ ਪੂਰੀ ਹਮਦਰਦੀ ਜ਼ਾਹਰ ਕੀਤੀ, ਪਰ ਅਖਬਾਰ 'ਚ ਅਜਿਹੇ ਕਾਲਮ ਨਾ ਛਪਣ ਬਾਰੇ ਆਪਣੀ ਪ੍ਰਬੰਧਕੀ ਮਜਬੂਰੀ ਵੀ ਦੱਸਦੀ। ਉਹ ਵੀ ਨਿਯਮਾਂ ਮੁਤਾਬਕ ਹੀ ਖਬਰਾਂ ਛਾਪ ਸਕਦੇ ਸਨ, ਇਸ ਲਈ ਮੈਂ ਵੀ ਸਮਝ ਗਿਆ ਸੀ ਕਿ ਉਹ ਸਮਾਜ 'ਚ ਵਾਪਰ ਰਹੇ ਅਨਿਆਂ ਭਰੇ ਵਰਤਾਰੇ ਬਾਰੇ ਸਭ ਕੁਝ ਜਾਣਦੇ ਤਾਂ ਹਨ, ਪਰ ਮੂਲੋਂ ਹੀ ਬੇਵੱਸ ਸਨ। ਇਸ ਲਈ ਆਮ ਲੋਕਾਂ ਨੂੰ ਛੇਤੀ ਨਿਆਂ ਦਿਵਾਉਣ ਵਾਲਾ ਮੇਰਾ ਇਹ ਖਿਆਲ ਵੀ ਦਮ ਤੋੜ ਗਿਆ ਸੀ। ਫੋਨ ਕੱਟਣ ਤੋਂ ਬਾਅਦ ਮੈਨੂੰ ਆਪਣੇ ਆਪ ਤੇ ਹਾਸਾ ਵੀ ਆਉਣ ਲੱਗਾ ਕਿ ਤੂੰ ਆਪਣੀ ਬਣੀ ਤਾਂ ਨਿਬੇੜ ਲੈ, ਤੂੰ ਲੋਕਾਂ ਨੂੰ ਛੇਤੀ ਨਿਆਂ ਦਿਵਾਉਣ ਵਾਲੇ ਪਾਸੇ ਵੀ ਲੱਗ ਗਿਆ। ਮੇਰੇ ਜ਼ਹਿਨ 'ਚ ਕਾਵਿਕ ਤੁਕਾਂ ਘੁੰਮ ਗਈਆਂ। ਪਹਿਲਾਂ ਸਿਰ ਪਈ ਆਪਣੀ ਨਿਬੇੜ ਲੈ, ਪੀੜ ਲੋਕਾਂ ਦੀ ਵੰਡਾ ਲਈ ਤੂੰ ਫੇਰ ਸੱਜਣਾ। ਅਗਲੀ ਤਰੀਕ ਤੇ ਵੀ ਪਹਿਲਾਂ ਵਾਂਗ ਹੀ ਹੋਇਆ। ਸਾਡੇ ਜਾਣ ਤੋਂ ਪਹਿਲਾਂ ਹੀ ਵਿਰੋਧੀ ਧਿਰ ਦਾ ਵਕੀਲ ਅਗਲੀ ਤਰੀਕ ਲੈ ਗਿਆ ਸੀ। ਮੇਰੇ ਵਕੀਲ ਨੇ ਜੱਜ ਕੋਲ ਇਤਰਾਜ਼ ਉਠਾਇਆ ਤਾਂ ਜੱਜ ਜ਼ਰਾ ਕੁ ਮੁਸਕਰਾ ਕੇ ਬੋਲੀ, ਸ਼ਰਮਾ ਜੀ, ਮੈਂ ਉਹਨਾਂ ਦੇ ਵਕੀਲ ਨੂੰ ਸਪਸ਼ਟ ਆਖ ਦਿੱਤਾ ਕਿ ਹੁਣ ਮੈਂ ਹੋਰ ਤਰੀਕ ਨਹੀਂ ਦੇਣੀ। ਮੈਨੂੰ ਲੱਗਦਾ ਹੈ ਗੁਰਨੇਕ ਸਿੰਘ ਤਾਂ ਮੁਕੱਦਮਾ ਦਾਇਰ ਕਰਕੇ ਭੁੱਲ ਹੀ ਗਿਆ, ਇਸ ਲਈ ਮੈਂ 4 ਦਿਨਾਂ ਦੀ ਹੀ ਤਰੀਕ ਅੱਗੇ ਕੀਤੀ ਹੈ। ਇਹਨਾਂ 'ਚੋਂ 2 ਤਾਂ ਛੁੱਟੀਆਂ। ਜੱਜ ਨੇ ਸਾਡੀ ਤਸੱਲੀ ਲਈ ਇੱਕ ਪਾਸੇ ਪਈ ਸਾਡੀ ਫਾਈਲ ਚੁੱਕ ਕੇ ਖੋਲ੍ਹ ਲਈ ਤੇ ਕੁਝ ਸਵਾਲ ਪੁੱਛਣ ਲੱਗ ਪਈ, ਜਿਨ੍ਹਾਂ ਦਾ ਜਵਾਬ ਵਕੀਲ ਨੇ ਦੇ ਦਿੱਤਾ। ਫਿਰ ਰਜਿਸਟਰੀ ਤੇ ਸਾਡੇ ਰਾਹੀਂ ਪੇਸ਼ ਕੀਤੇ ਨਕਸ਼ੇ ਦਾ ਮਿਲਾਨ ਕਰਨ ਲੱਗ ਪਈ। ਸਾਡੇ ਦੁਆਰਾ ਪੇਸ਼ ਕੀਤੇ ਗਏ ਨਕਸ਼ੇ 'ਚ ਉੱਤਰ ਦਿਸ਼ਾ ਵਾਲੀ ਹੱਦ ਦੀ ਮਾਲਕੀ ਵਾਲਾ ਨਾਮ ਦਰਜ ਨਹੀਂ ਸੀ। ਜੱਜ ਨੇ ਪੁੱਛਿਆ, ਆਹ ਅਵਨੀਤ ਸਿੰਘ ਵਾਲੀ ਸਾਈਡ ਕਿੱਥੇ ਹੈ? ਉਹਨੇ ਨਕਸ਼ਾ ਵਕੀਲ ਨੂੰ ਫੜਾਤਾ। ਸ਼ਾਇਦ ਵਕੀਲ ਸਮਝ ਨਹੀਂ ਸੀ ਸਕਿਆ ਤੇ ਉਹ ਘਬਰਾਹਟ 'ਚ ਆਪਣੀ ਫਾਈਲ 'ਚੋਂ ਅਵਨੀਤ ਸਿੰਘ ਦਾ ਨਾਮ ਲੱਭਣ ਲੱਗ ਪਿਆ। ਮੈਂ ਤੁਰੰਤ ਹੀ ਉਹਨੂੰ ਨਕਸ਼ੇ ਤੇ ਉਂਗਲ ਰੱਖ ਕੇ ਦੱਸਤਾ ਕਿ ਅਵਨੀਤ ਸਿੰਘ ਦਾ ਘਰ ਉੱਤਰ ਦਿਸ਼ਾ 'ਚ ਹੈ।
ਉਹਨੇ ਜਦ ਜੱਜ ਨੂੰ ਦੱਸਿਆ, ਜੱਜ ਗੰਭੀਰਤਾ ਨਾਲ ਬੋਲੀ, ਸ਼ਰਮਾ ਜੀ ਇਹ ਸਪਸ਼ਟ ਨਹੀਂ ਹੋ ਰਿਹਾ, ਤੁਸੀਂ ਚੰਗੀ ਤਰ੍ਹਾਂ ਸਮਝਾਓ। ਮੈਂ ਅੱਗੇ ਹੋ ਕੇ ਦੱਸਣਾ ਚਾਹਿਆ। ਜੱਜ ਮੁਸਕਰਾ ਕੇ ਬੋਲੀ, ਤੁਸੀਂ ਸ਼ਰਮਾ ਜੀ ਨੂੰ ਕੇਸ ਦੀ ਫੀਸ ਦਿੱਤੀ ਹੈ ਨਾ, ਇਹਨਾਂ ਨੂੰ ਸਮਝਾਉਣ ਦਿਓ। ਮੈਂ ਚੁੱਪ ਕਰ ਗਿਆ। ਵਕੀਲ ਕਾਗਜ਼ਾਂ ਦੀ ਅਜੇ ਵੀ ਫਰੋਲਾ ਫਰਾਲੀ ਕਰ ਰਿਹਾ ਸੀ। ਜੱਜ ਬੋਲ ਪਈ, ਰਹਿਣ ਦਿਓ, ਤੁਸੀਂ ਅਗਲੀ ਤਰੀਕ ਤੇ ਹੀ ਸਭ ਕੁਝ ਸਮਝਾ ਦੇਣਾ। ਵਕੀਲ ਨੇ ਕਾਗਜ਼ ਸਮੇਟਦਿਆਂ ਆਖਣਾ ਸ਼ੁਰੂ ਕਰਤਾ, ਸਰ ਇਹ ਬੰਦਾ ਸਾਨੂੰ ਜਾਣ ਬੁੱਝ ਕੇ ਬਿਨਾਂ ਵਜ੍ਹਾ ਤੰਗ ਪਰੇਸ਼ਾਨ ਕਰ ਰਿਹਾ ਹੈ, ਇਹ ਕਾਨੂੰਨ ਦੀ ਗਲਤ ਵਰਤੋਂ ਕਰ ਰਿਹਾ ਸਰ। ਜੱਜ ਆਪਣੀ ਕੁਰਸੀ ਤੋਂ ਉੱਠ ਖੜੀ ਹੋਈ ਤੇ ਬੋਲੀ, ਕੋਈ ਨਹੀਂ ਸ਼ਰਮਾ ਜੀ, ਅਗਲੀ ਤਰੀਕ ਤੇ ਹੀ ਬਹਿਸ ਕਰਾਂਗੇ। ਵਕੀਲ ਚੁੱਪ ਕਰ ਗਿਆ। ਅਸੀਂ ਦੋਵੇਂ ਕਮਰੇ ਤੋਂ ਬਾਹਰ ਆ ਗਏ। ਚੈਂਬਰ ਤੱਕ ਦੇ ਰਸਤੇ 'ਚ ਮੈਂ ਆਪਣੇ ਵਕੀਲ ਨੂੰ ਅਵਨੀਤ ਸਿੰਘ ਦਾ ਘਰ ਸਮਝਾਉਂਦਾ ਆਇਆ, ਪਰ ਮੈਨੂੰ ਵਕੀਲ ਦੇ ਚਿਹਰੇ ਤੋਂ ਲੱਗਣ ਲੱਗ ਪਿਆ ਕਿ ਅਜੇ ਵੀ ਉਹਨੂੰ ਸਮਝ ਨਹੀਂ ਸੀ ਲੱਗੀ। ਚੈਂਬਰ 'ਚ ਜਾ ਕੇ ਮੈਂ ਕਾਗਜ਼ ਉੱਤੇ ਨਕਸ਼ਾ ਬਣਾ ਕੇ ਕਿਤੇ ਤੇ ਵਕੀਲ ਵਾਲੀ ਫਾਈਲ 'ਚੋਂ ਨਕਸ਼ੇ ਦੀ ਕਾਪੀ ਕੱਢ ਕੇ ਉਹਨੂੰ ਫੇਰ ਸਮਝਾਇਆ ਕਿ ਅਵਨੀਤ ਸਿੰਘ ਦਾ ਘਰ ਕਿੱਥੇ ਹੈ। ਇੱਕ ਗੱਲ ਹੋਰ ਵੀ ਮੈਂ ਉਹਨੂੰ ਆਖੀ ਕਿ ਜਦ ਆਪਣਾ ਝਗੜਾ ਇਸ ਪਾਸੇ ਵੱਲ ਦਾ ਹੈ ਹੀ ਨਹੀਂ ਤਾਂ ਇਸ ਪਾਸੇ ਦੀ ਗੱਲ ਕਰਨੀ ਵੀ ਗੈਰ ਕਾਨੂੰਨੀ ਹੈ। ਜੇ ਉੱਤਰ ਦਿਸ਼ਾ ਦੀ ਗੱਲ ਕਰਨੀ ਹੈ ਤਾਂ ਗੁਰਨੇਕ ਦੁਆਰਾ ਝਗੜੇ ਵਾਲੇ ਪਾਸੇ ਵੱਲ ਹੀ ਕੀਤੇ ਗਏ ਨਜਾਇਜ਼ ਕਬਜ਼ੇ ਦੀ ਗੱਲ ਵੀ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਜਿਸ ਪਾਸੇ ਵੱਲ ਉਹਨੇ ਮੇਰੇ ਤੇ ਗਲੀ ਦੱਬਣ ਦਾ ਦੋਸ਼ ਲਾਇਆ, ਉਸੇ ਪਾਸੇ ਤੇ ਉਸੇ ਗਲੀ 'ਚ ਉਹਨੇ ਗਲੀ ਦੀ ਜਗ੍ਹਾ ਦੱਬੀ ਹੋਈ ਹੈ। ਉਹਦੇ ਘਰ ਕੋਲ ਜਾ ਕੇ ਗਲੀ ਭੀੜੀ ਹੁੰਦੀ ਹੈ ਤੇ ਇਹ ਗੱਲ ਦੋਵੇਂ ਧਿਰਾਂ ਦੇ ਨਕਸ਼ਿਆਂ 'ਚ ਸਪਸ਼ਟ ਵੀ ਵਿਖਾਈ ਗਈ ਹੈ। ਮੈਨੂੰ ਲੱਗਾ ਵਕੀਲ ਉੱਪਰ ਮੇਰੀਆਂ ਇਹਨਾਂ ਗੱਲਾਂ ਦਾ ਕੋਈ ਵੀ ਅਸਰ ਨਹੀਂ ਸੀ ਹੋ ਰਿਹਾ। ਉਹ ਚੁੱਪਚਾਪ ਬੈਠਾ ਕੁਝ ਸੋਚਣ ਲੱਗ ਪਿਆ। ਮੈਨੂੰ ਲੱਗਾ ਕਿ ਸ਼ਾਇਦ ਉਹ ਇਹ ਸੋਚ ਰਿਹਾ ਕਿ ਮੈਂ ਉਹਨੂੰ ਕਿੰਨੀ ਵਾਰ ਸਮਝਾਇਆ ਕਿ ਕੇਸ ਤੋਂ ਬਾਹਰ ਦੀ ਕੋਈ ਵੀ ਗੱਲ ਨਹੀਂ ਕਰਨੀ। ਉਹਨੇ ਫੇਰ ਉਹੀ ਚੈਨਲ ਚਲਾ ਲਿਆ। ਮੈਂ ਚੁੱਪ ਕਰਨ ਵਿੱਚ ਹੀ ਆਪਣੀ ਭਲਾਈ ਸਮਝੀ। ਪਹਿਲੇ ਹੀ ਹੱਲੇ 'ਚ ਜੱਜ ਦੁਆਰਾ ਵਕੀਲ ਨੂੰ ਫਸਾ ਲੈਣ ਦੀ ਗੱਲ ਸਾਡੇ ਕਿਸੇ ਵੀ ਜੀਅ ਦੇ ਗਲੇ ਤੋਂ ਥੱਲੇ ਨਹੀਂ ਸੀ ਉਤਰ ਰਹੀ। ਮੈਨੂੰ ਇਹ ਮਹਿਸੂਸ ਵੀ ਹੋਇਆ ਕਿ ਜੱਜ ਵਾਕਈ ਕਾਬਲੀਅਤ ਰੱਖਦੀ ਹੈ, ਜਿਹਨੇ ਸਾਡੀ ਮਾਮੂਲੀ ਜਿਹੀ ਗਲਤੀ ਵੀ ਫੜ ਲਈ ਸੀ। ਫਿਰ ਦਿਮਾਗ 'ਚ ਆਉਂਦਾ ਹੈ ਕਿ ਜੱਜ ਨੂੰ ਉੱਤਰ ਦਿਸ਼ਾ ਵਾਲੇ ਘਰ ਦੀ ਗੱਲ ਨਹੀਂ ਕਰਨੀ ਚਾਹੀਦੀ ਸੀ, ਕਿਉਂਕਿ ਉਸ ਦਿਸ਼ਾ ਵੱਲ ਤਾਂ ਝਗੜੇ ਦੀ ਗੱਲ ਦੋਵੇਂ ਧਿਰਾਂ 'ਚੋਂ ਕਿਸੇ ਨੇ ਵੀ ਨਹੀਂ ਸੀ ਆਖੀ। ਮਨ 'ਚ ਬੜੇ ਹੀ ਪੁੱਠੇ ਸਿੱਧੇ ਵਿਚਾਰ ਵੀ ਆਉਣ ਲੱਗ ਪਏ। ਫਿਰ ਇਹ ਸੋਚ ਕੇ ਆਪਣੇ ਮਨ ਨੂੰ ਧਰਵਾਸਾ ਦੇ ਲੈਂਦਾ ਸੀ ਕਿ ਅਦਾਲਤਾਂ ਦਾ ਕੰਮ ਹੈ, ਵਕੀਲ ਜਾਣਨ ਜਾਂ ਜੱਜ, ਤੇ ਮੈਂ ਕਿ ਉਲ ਜਲੂਲ ਸੋਚ ਕੇ ਆਪਣਾ ਖੂਨ ਸਾੜੀ ਜਾਣਾ। ਫਿਰ ਪਤਾ ਨਹੀਂ ਕਿਉਂ ਇਹੋ ਹੀ ਨਕਾਰਾਤਮਕ ਸੋਚ ਮੇਰੇ ਤੇ ਭਾਰੂ ਹੋ ਜਾਂਦੀ ਕਿ ਫਰਕ ਤਾਂ ਮੈਨੂੰ ਹੀ ਪੈਣਾ ਹੈ। ਜੇ ਮੈਂ ਇਹ ਕੇਸ ਹਾਰ ਗਿਆ ਤਾਂ ਸਭ ਗਲੀ ਮੁਹੱਲੇ, ਸ਼ਰੀਕਾਂ, ਮਹਿਕਮੇ, ਰਿਸ਼ਤੇਦਾਰਾਂ ਤੱਕ ਨੇ ਵੀ ਆਖਣਾ ਵੱਡਾ ਨਾਡੂ ਖਾਂ ਗਲੀ ਤੇ ਕਬਜ਼ਾ ਕਰਨ ਨੂੰ ਫਿਰਦਾ ਸੀ, ਅਗਲਿਆਂ ਨੇ ਨਾਸਾਂ ਭੰਨ ਕੇ ਚੁੱਪ ਕਰਾ ਕੇ ਬਿਠਾ ਦਿੱਤਾ। ਤੇ ਹੁਣ ਇਹ ਮਸਲਾ ਜਗ੍ਹਾ ਦਾ ਨਾਂ ਰਹਿ ਕੇ ਇੱਜ਼ਤ ਦਾ ਸਵਾਲ ਬਣ ਚੁੱਕਾ ਸੀ। ਮੈਨੂੰ ਆਪਣੀ ਇੱਜ਼ਤ ਨਾਲੋਂ ਵੱਧ ਆਪਣੇ ਪਰਿਵਾਰ ਦੀ ਇੱਜ਼ਤ ਤੇ ਉਸ ਤੋਂ ਵੀ ਉੱਪਰ ਕਈ ਇਨਸਾਫ ਪਸੰਦ ਜਥੇਬੰਦੀਆਂ ਦੀ ਇੱਜ਼ਤ ਦਾ ਖਿਆਲ ਵੀ ਵੱਡ-ਵੱਡ ਖਾਈ ਜਾ ਰਿਹਾ ਸੀ।